ਹੈਲੋ ਸਟੂਡੈਂਟ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ 24/7 ਐਜੂਕੇਸ਼ਨ ਹੱਬ ਦੇ ਉੱਪਰ। ਆਈ ਹੋਪ ਮੇਰੇ ਦੁਆਰਾ ਸਟਾਰਟ ਕਰੇ ਗਏ ਫ੍ਰੀ ਆਫ ਕੋਸਟ ਕ੍ਰੈਸ਼ ਕੋਰਸ ਤੁਹਾਡੇ ਲਈ ਯੂਜ਼ਫੁਲ ਹੋ ਰਹੇ ਹਨ। ਅੱਜ ਆਪਾਂ ਬਾਇਓਲੋਜੀ ਦਾ ਮੋਸਟ ਇੰਪੋਰਟੈਂਟ ਟੌਪਿਕ ਨਰਵਸ ਸਿਸਟਮ ਕਰਨ ਜਾ ਰਹੇ ਹਾਂ। ਅਗਰ ਤੁਸੀਂ ਇਸ ਤੋਂ ਪਹਿਲਾਂ ਬਾਇਓਲੋਜੀ ਦੇ ਬਾਕੀ ਲੈਕਚਰ ਨਹੀਂ ਦੇਖੇ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹ ਲੈਕਚਰ ਵੀ ਤੁਸੀਂ ਜ਼ਰੂਰ ਦੇਖਣੇ ਹਨ ਤਾਂ ਜੋ ਤੁਹਾਡਾ ਜੋ ਵੀ ਕਨਸੈਪਟ ਹਨ ਉਹ ਸਾਰੇ ਕਵਰ ਅਪ ਹੋ ਸਕਣ। ਇਸ ਟੌਪਿਕ ਤੋਂ ਹਰ ਐਗਜ਼ਾਮ ਵਿੱਚ ਕਾਫੀ ਸਾਰੇ ਕੁਐਸਚਨ ਪੁੱਛੇ ਜਾਂਦੇ ਹਨ। ਇਸ ਲੈਕਚਰ ਨੂੰ ਪੂਰਾ ਦੇਖਣ ਤੋਂ ਬਾਅਦ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਹਾਂ ਐਗਜ਼ਾਮ ਵਿੱਚ ਇਸ ਟੌਪਿਕ ਤੋਂ ਆਉਣ ਵਾਲਾ ਹਰ ਕੁਐਸਚਨ ਤੁਹਾਡਾ ਸਹੀ ਹੋਏਗਾ। ਇਸ ਵੀਡੀਓ ਦੇ ਵਿੱਚ ਆਪਾਂ ਪ੍ਰੀਵੀਅਸ ਈਅਰ ਕੁਐਸਚਨ ਵੀ ਡਿਸਕਸ ਕਰਾਂਗੇ ਔਰ ਆਪਣੇ ਕਨਸੈਪਟ ਵੀ ਕਵਰ ਅਪ ਕਰਾਂਗੇ। ਹਾਂਜੀ, ਤਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ। ਹਾਂਜੀ, ਜੋ ਆਪਣਾ ਅੱਜ ਦਾ ਲੈਕਚਰ ਹੈ ਉਹ ਬੇਸਡ ਹੋਏਗਾ ਨਰਵਸ ਸਿਸਟਮ ਦੇ ਉੱਪਰ, ਯਾਨੀ ਕਿ ਨਾੜੀ ਪ੍ਰਣਾਲੀ। ਸਭ ਤੋਂ ਪਹਿਲਾਂ ਇਸ ਦੇ ਵਿੱਚ ਜੋ ਆਪਾਂ ਬੇਸਿਕ ਡੀਲ ਕਰਾਂਗੇ ਉਹ ਆਪਾਂ ਆਪਣਾ ਬ੍ਰੇਨ ਦੇਖਾਂਗੇ ਕਿ ਆਪਣਾ ਬ੍ਰੇਨ ਕਿੰਨੇ ਪਾਰਟ ਦੇ ਵਿੱਚ ਡਿਵਾਈਡ ਹੈ, ਆਪਣੇ ਬ੍ਰੇਨ ਦੀ ਫੰਕਸ਼ਨੈਲਿਟੀ ਕੀ ਹੈ, ਇਹ ਕਿੱਦਾਂ ਵਰਕ ਕਰਦਾ ਹੈ। ਇੱਕ ਇੱਕ ਚੀਜ਼ ਤੁਹਾਨੂੰ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਸਮਝਾਈ ਜਾਏਗੀ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਆਪਣਾ ਜੋ ਨਰਵਸ ਸਿਸਟਮ ਹੁੰਦਾ ਹੈ ਇਸ ਦਾ ਮੀਨਿੰਗ ਕੀ ਹੁੰਦਾ ਹੈ। ਦੇਖੋ ਸਟੂਡੈਂਟ, ਅਗਰ ਆਪਾਂ ਆਪਣੇ ਨਰਵਸ ਸਿਸਟਮ ਦੀ ਮੀਨਿੰਗ ਦੀ ਗੱਲ ਕਰਦੇ ਹਾਂ ਤਾਂ ਇਹ ਸੈਂਸਰੀ ਔਰਗਨ ਦੁਆਰਾ ਪ੍ਰਾਪਤ ਇਨਫੋਰਮੇਸ਼ਨ ਨੂੰ ਬ੍ਰੇਨ ਤੱਕ ਪਹੁੰਚਾਉਂਦਾ ਹੈ ਅਤੇ ਬ੍ਰੇਨ ਤੋਂ ਅਲੱਗ-ਅਲੱਗ ਸੂਚਨਾ ਨੂੰ ਸਰੀਰ ਦੇ ਅਲੱਗ-ਅਲੱਗ ਅੰਗਾਂ ਜਾਂ ਔਰਗਨ ਤੱਕ ਪਹੁੰਚਾਉਂਦਾ ਹੈ। ਹੁਣ ਦੇਖੋ, ਅਗਰ ਤੁਹਾਨੂੰ ਇਹ ਲਾਈਨ ਸਮਝ ਆ ਗਈ ਤਾਂ 50% ਤੁਹਾਡਾ ਜੋ ਟੌਪਿਕ ਹੈ ਉਸ ਦੇ ਵਿੱਚ ਇੰਟਰਸਟ ਕ੍ਰੀਏਟ ਹੋ ਜਾਏਗਾ। ਸਭ ਤੋਂ ਪਹਿਲਾਂ ਅਗਰ ਆਪਾਂ ਆਪਣੇ ਸੈਂਸਰੀ ਔਰਗਨ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਇਹ ਸੈਂਸਰੀ ਔਰਗਨ ਕੀ ਹੁੰਦਾ ਹੈ। ਤਾਂ ਦੇਖੋ ਸਟੂਡੈਂਟ, ਆਪਣੇ 5 ਸੈਂਸਰੀ ਔਰਗਨ ਹਨ। ਫੋਰ ਐਗਜ਼ਾਮਪਲ ਆਪਣੀ ਸਕਿਨ, ਆਪਣਾ ਨੋਜ਼, ਈਅਰ, ਉਸ ਤੋਂ ਬਾਅਦ ਆਪਣੀ ਆਈ ਔਰ ਟੰਗ। ਇਹ ਜੋ ਆਪਣੇ ਸੈਂਸਰੀ ਔਰਗਨ ਹਨ ਇਹਨਾਂ ਦੁਆਰਾ ਜੋ ਇਨਫੋਰਮੇਸ਼ਨ ਹੈ ਉਹ ਆਪਣੇ ਬ੍ਰੇਨ ਤੱਕ ਪਹੁੰਚਦੀ ਹੈ। ਉਸ ਇਨਫੋਰਮੇਸ਼ਨ ਦੇ ਰਿਲੇਟਡ ਆਪਣਾ ਜੋ ਬ੍ਰੇਨ ਹੈ ਉਹ ਅਲੱਗ-ਅਲੱਗ ਇਨਫੋਰਮੇਸ਼ਨ ਨੂੰ ਅਲੱਗ-ਅਲੱਗ ਬੋਡੀ ਔਰਗਨ ਤੱਕ ਪਹੁੰਚਾਉਂਦਾ ਹੈ। ਇਸ ਨੂੰ ਹੀ ਕੀ ਬੋਲਿਆ ਜਾਂਦਾ ਹੈ? ਇਸ ਨੂੰ ਬੋਲਿਆ ਜਾਂਦਾ ਹੈ ਨਰਵਸ ਸਿਸਟਮ ਜਾਂ ਨਾੜੀ ਪ੍ਰਣਾਲੀ। ਹੁਣ ਦੇਖੋ ਜੀ, ਇੱਥੇ ਮੈਂ ਨੋਟ ਕਰਕੇ ਇੱਕ ਪੁਆਇੰਟ ਲਿਖਿਆ ਹੈ। ਆਪਣਾ ਜੋ ਨਰਵਸ ਸਿਸਟਮ ਹੈ ਇਹ ਕਰਦਾ ਕੀ ਹੈ? ਤਾਂ ਇਹ ਕੀ ਹੈ ਜੀ? ਕੰਟਰੋਲ ਐਂਡ ਕੋਆਰਡੀਨੇਸ਼ਨ ਦਾ ਕੰਮ ਕਰਦਾ ਹੈ। ਆਈ ਹੋਪ ਦੈਟ ਇਜ਼ ਕਲੀਅਰ। ਹੁਣ ਆਪਾਂ ਮੂਵ ਕਰਦੇ ਹਾਂ ਇੰਪੋਰਟੈਂਟ ਫੈਕਟ ਦੀ। ਹਾਂਜੀ, ਅਗਰ ਆਪਾਂ ਗੱਲ ਕਰਦੇ ਹਾਂ ਇਹ ਕੰਮ ਕਿਵੇਂ ਕਰਦਾ ਹੈ ਤਾਂ ਜੋ ਆਪਣਾ ਨਰਵਸ ਸਿਸਟਮ ਹੈ ਇਹ ਇਲੈਕਟ੍ਰੀਕਲ ਇੰਪਲਸ ਦੇ ਰੂਪ ਵਿੱਚ ਕੰਮ ਕਰਦਾ ਹੈ। ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਹੈ ਇਲੈਕਟ੍ਰੀਕਲ ਇੰਪਲਸ ਦੇ ਰੂਪ ਵਿੱਚ ਕੌਣ ਕੰਮ ਕਰਦਾ ਹੈ? ਤਾਂ ਆਪਣਾ ਨਰਵਸ ਸਿਸਟਮ ਕਰਦਾ ਹੈ। ਫੋਰ ਐਗਜ਼ਾਮਪਲ, ਜਿਸ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਆਪਣੇ ਜੋ ਘਰ ਹੁੰਦੇ ਹਨ ਉਹਨਾਂ ਦੇ ਵਿੱਚ ਕੀ ਹੁੰਦਾ ਹੈ? ਸਵਿੱਚ ਲੱਗੇ ਹੁੰਦੇ ਹਨ। ਹਾਂਜੀ, ਫੋਰ ਐਗਜ਼ਾਮਪਲ ਜੋ ਬਟਨ, ਕਾਫੀ ਸਾਰੇ ਬਟਨ ਹੁੰਦੇ ਹਨ, ਠੀਕ ਹੈ। ਕੁਝ ਫੈਨ ਦੇ ਹੋਣਗੇ, ਬਲਬ ਹੋਏਗਾ, ਟਿਊਬ ਹੋਏਗਾ, ਟੀਵੀ ਹੋਏਗਾ। ਤਾਂ ਜਿਸ ਤਰ੍ਹਾਂ ਆਪਾਂ ਇੱਕ ਬਟਨ ਪ੍ਰੈਸ ਕਰਿਆ, ਹਾਂਜੀ, ਤਾਂ ਅਗਰ ਉਹ ਬਟਨ ਆਪਣੇ ਫੈਨ ਦੇ ਨਾਲ ਕਨੈਕਟ ਹੈ ਤਾਂ ਆਪਣਾ ਫੈਨ ਹੀ ਚੱਲੇਗਾ। ਅਗਰ ਉਹ LED ਦੇ ਨਾਲ ਕਨੈਕਟ ਹੈ ਤਾਂ ਉਹ LED ਹੀ ਚੱਲੇਗੀ। ਇਸ ਤਰ੍ਹਾਂ ਹੀ ਕੀ ਹੁੰਦਾ ਹੈ, ਉਹ ਜਿਸ ਤਰ੍ਹਾਂ ਵਰਕ ਕਰਦਾ ਹੈ ਉੱਦਾਂ ਹੀ ਆਪਣਾ ਨਰਵਸ ਸਿਸਟਮ ਵਰਕ ਕਰਦਾ ਹੈ। ਬਟ ਆਪਣਾ ਨਰਵਸ ਸਿਸਟਮ ਵਰਕ ਕਿਵੇਂ ਕਰਦਾ ਹੈ? ਤਾਂ ਆਪਾਂ ਦੇਖਿਆ ਇਲੈਕਟ੍ਰੀਕਲ ਇੰਪਲਸ ਦੇ ਰੂਪ ਵਿੱਚ ਕੰਮ ਕਰਦਾ ਹੈ। ਹੁਣ ਇੰਪੋਰਟੈਂਟ ਚੀਜ਼ ਹੈ ਕਿ ਇਹ ਬਣਿਆ ਕਿਸ ਦਾ ਹੁੰਦਾ ਹੈ। ਤਾਂ ਜੋ ਆਪਣਾ ਨਰਵਸ ਸਿਸਟਮ ਹੁੰਦਾ ਹੈ ਇਹ ਬਣਿਆ ਹੁੰਦਾ ਹੈ ਨਰਵ ਸੈੱਲ ਜਾਂ ਫਿਰ ਨਿਊਰੋਨ ਦਾ। ਕਈ ਵਾਰ ਐਗਜ਼ਾਮ ਵਿੱਚ ਨਰਵ ਸੈੱਲ ਵੀ ਦਿੱਤਾ ਹੋਏਗਾ ਔਰ ਨਿਊਰੋਨ ਵੀ ਦਿੱਤਾ ਹੋਏਗਾ। ਦੈਟ ਇਜ਼ ਕਲੀਅਰ। ਇਹਨਾਂ ਤੱਕ ਆਈ ਹੋਪ ਤੁਹਾਨੂੰ ਸਮਝ ਆ ਚੁੱਕੀ ਹੋਏਗੀ। ਹੁਣ ਆਪਾਂ ਮੂਵ ਕਰਦੇ ਹਾਂ ਨੈਕਸਟ। ਅਗਰ ਆਪਾਂ ਨਿਊਰੋਨ ਦੀ ਗੱਲ ਕਰਦੇ ਹਾਂ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਨਿਊਰੋਨ ਕੀ ਹੁੰਦੇ ਹਨ। ਇਹ ਜੋ ਨਿਊਰੋਨ ਹਨ ਇਹ ਸਾਡੇ ਨਰਵਸ ਸਿਸਟਮ ਦੀ ਸਭ ਤੋਂ ਛੋਟੀ ਇਕਾਈ ਹੈ ਅਤੇ ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਸੈੱਲ ਹੈ।
ਹੁਣ ਦੇਖੋ ਸਟੂਡੈਂਟ, ਇੱਥੋਂ ਕਾफ़ी ਸਾਰੇ ਕੁਐਸਚਨ एग्जाम ਦੇ ਵਿੱਚ ਪੁੱਛੇ ਜਾਂਦੇ ਹਨ। ਹਾਂਜੀ, अगर आप न्यूरोन की गल करते हाँ, न्यूरोन तो मिल के की बनता है, अपना नर्वस सिस्टम बनता है। ठीक है जी। और ये न्यूरोन की है, तो न्यूरोन नर्वस सिस्टम की सब तो छोटी इकाई है अते ह्यूमन बॉडी की सब तो लंबी सैल है। हाँ जी, हुण आपां एक प्रीवियस ईयर क्वेश्चन की गल करते हाँ। हाँ जी, क्वेश्चन है जी, नेम द सिस्टम दैट कंट्रोल एवरी एक्टिविटी दैट यू डू। इसका मतलब है वो किहड़ा सिस्टम है जो भी असी एक्टिविटी करते हाँ उन्होंने कंट्रोल करता है। चार ऑप्शन हैं तुहाडे सामने। ऑप्शन ए नर्वस सिस्टम, ऑप्शन बी एक्सोक्राइन सिस्टम, ऑप्शन सी एंडोक्राइन सिस्टम और ऑप्शन डी है रेस्पायरेटरी सिस्टम। तो आप ऊपर पढ़ चुके हाँ, कंट्रोल करन दा काम जिन्नियां भी एक्टिविटी होंदियां हन दैट इज़ नर्वस सिस्टम। तो अपना ऑप्शन नंबर ए राइट होएगा। हाँ जी, हुण आपां मूव करते हाँ कुछ इंपोर्टेंट पॉइंट की जो अक्सर एग्जाम दे विच पूछे जाते हैं। हाँ जी, आपां जिस तरह देखा न्यूरोन, तो न्यूरोन देखो फस्ट क्वेश्चन ही फस्ट इंपोर्टेंट पॉइंट ही तुहाडे सामने है, मनुखी शरीर की सब तो लंबी सैल या फिर लॉन्गेस्ट सैल। तो अपना आंसर की होएगा जी, अपना आंसर होएगा न्यूरोन। हाँ जी, और न्यूरोन की है जी स्ट्रक्चरल एंड फंक्शनल यूनिट ऑफ आवर ब्रेन। अपने दिमाग की सचरात्मक और क्रियात्मक इकाई की है, न्यूरोन है। फस्ट पॉइंट आई थिंक तुहानू क्लीयर हो चुका होएगा। अगर आप गल करते हाँ पॉइंट नंबर सैकेंड की, मनुखी शरीर की सब तो वड्डी सैल यानी कि लार्जेस्ट सैल। देखो स्टूडेंट, दोनों के विच डिफरेंस है। अगर पूछा जाए लंबी सैल तो अपना आंसर होएगा न्यूरोन, और अगर पूछा जाए वड्डी सैल यानी कि लार्जेस्ट सैल तो अपना आंसर होएगा ओवम या फिर अंडाणु। थर्ड पॉइंट की गल करते हाँ, मनुखी शरीर का सब तो वड्डा अंग बिगेस्ट ऑर्गन, आई होप तुहानू सारिਆਂ ਨੂੰ पता होएगा, स्किन। और फोर्थ पॉइंट दैट इज़ मनुखी शरीर की सब तो वड्डी ग्रंथि या फिर बिगेस्ट ग्लैंड किहड़ी है, तो वह है जी लीवर। देखो स्टूडेंट, ये कुछ इंपोर्टेंट पॉइंट्स हैं जो एक दूसरे के नाल ही मिलते जुलते सन और अक्सर एग्जाम के विच वार वार रिपीट होंदे हैं। इसलिए मैं ये सारा डाटा ही तुहानू इक्को स्लाइड के विच प्रोवाइड करवाया है। हाँ जी, एक बार आप रीकॉल कर लेंगे हाँ। अगर पूछा जाए मनुखी शरीर विच सब तो लॉन्गेस्ट सैल न्यूरोन, लार्जेस्ट सैल ओवम, बिगेस्ट ऑर्गन स्किन और बिगेस्ट ग्लैंड लीवर। आई होप ये सारिया चीज़ां तुहानू क्लीयर हो चुकिया होणगियां। हुण आपां कुछ इंपोर्टेंट क्वेश्चनां की गल करते हाँ जो प्रीवियस ईयर एग्जाम दे विच पूछे गए सन। फस्ट क्वेश्चन की गल करते हाँ, किस सैल विच जन्म तो बाद विभाजन नहीं हुंदा। अक्सर एग्जाम विच पूछा जाने वाला क्वेश्चन। तो अपना आंसर होएगा जी जो न्यूरोन हुंदे हन या नर्व सैल हुंदे हन, इन्हां दे विच जन्म तो बाद विभाजन नहीं हुंदा। और इत्थों ही एक क्वेश्चन बनता है, क्वेश्चन नंबर सैकेंड, शरीर के किस अंग विच रीजनरेशन पावर सब तो घट होंदी है। तो अपना आंसर होएगा जी ब्रेन। ये रीजनरेशन पावर का मतलब की हुंदा है, रीजनरेशन पावर का मतलब हुंदा है कि अगर एक बार फॉर एग्जाम्पल अपने ब्रेन के उपर कोई सट लगती है तो उसनों प्रॉपर पहला तरह वर्क करने विच बहुत ज़्यादा टाइम लगता है। इसलिए क्वेश्चन पूछा जाता है शरीर के किस अंग की रीजनरेशन पावर सब तो घट है। तो अपना आंसर होएगा जी ब्रेन। और इस दे नाल ही मिलता जुलता एक क्वेश्चन है, शरीर के किस अंग की रीजनरेशन पावर सब तो वध होंदी है। तो अपना आंसर होएगा जी लीवर। आई होप ये चीज़ तुहानू क्लीयर हो चुकी होएगी। और लीवर बारे आप पिछे पढ़ चुके हाँ। लीवर की है जी बिगेस्ट ग्लैंड, सब तो वड्डी ग्रंथि किहड़ी, वो है जी लीवर। हुण आपां मूव करते हैं अपने नर्वस सिस्टम के बारे, जो भी इंपोर्टेंट पॉइंट हैं आपां वो डिस्कस करते हैं। सब तो पहली चीज़ जो अपना नर्वस सिस्टम हुंदा है ये दो हिस्सों के विच डिवाइड होंदा है। पहला आपां दो हिस्से देखते हैं, फिर देखते हैं उन्हां दे विच स्पैशल की है। जो पहला पार्ट है उसनूं बोलिया जाता है सेंट्रल नर्वस सिस्टम, शॉर्ट फॉर्म दे विच इसनूं CNS बोलिया जाता है। सैकेंड पार्ट है जी पेरिफेरल नर्वस सिस्टम। अगर आप सेंट्रल नर्वस सिस्टम की गल करते हैं तो यह कित्थे हुंदा है। हाँ जी, ये बॉडी के मिडल पार्ट विच पाया जाता है। सैकेंड चीज़, अगर आप इसकी एग्जाम्पल की गल करते हैं
ਤਾਂ ਬ੍ਰੇਨ ਔਰ ਜੋ ਸਪਾਈਨਲ ਕੋਡ ਹੈ, ਸਪਾਈਨਲ ਕੋਡ ਵੀ ਆਪਾਂ ਦੇਖਾਂਗੇ ਰਿਫਲੈਕਸ ਐਕਸ਼ਨ ਦੇ ਲਈ ਇਹ ਇੰਪੋਰਟੈਂਟ ਹੁੰਦੀ ਹੈ। ਤਾਂ ਆਪਣਾ ਸੈਂਟਰਲ ਨਰਵਸ ਸਿਸਟਮ ਬੋਡੀ ਦੇ ਮਿਡਲ ਪਾਰਟ ਵਿੱਚ ਪਾਇਆ ਜਾਂਦਾ ਹੈ। ਇਸ ਦੀਆਂ ਐਗਜ਼ਾਮਪਲਾਂ ਹਨ ਆਪਣਾ ਬ੍ਰੇਨ ਔਰ ਆਪਣੀ ਸਪਾਈਨਲ ਕੋਡ। ਅਗਰ ਆਪਾਂ ਸੈਕਿੰਡ ਟਾਈਪ ਆਫ ਨਰਵਸ ਸਿਸਟਮ ਦੀ ਗੱਲ ਕਰਦੇ ਹਾਂ, ਪੈਰੀਫਰਲ ਨਰਵਸ ਸਿਸਟਮ, ਤਾਂ ਇਹ ਸੈਂਟਰਲ ਨਰਵਸ ਸਿਸਟਮ ਦੇ ਨਾਲ ਜੁੜਿਆ ਹੁੰਦਾ ਹੈ। ਹਾਂਜੀ, ਹੁਣ ਇੱਕ ਚੀਜ਼ ਤੁਸੀਂ ਧਿਆਨ ਰੱਖਣੀ ਹੈ, ਆਪਣੇ ਘਰ ਦੇ ਵਿੱਚ ਜੋ ਮਿਊਜ਼ਿਕ ਐਂਪਲੀਫਾਇਰ ਹੁੰਦੇ ਹਨ, ਹਾਂਜੀ, ਤਾਂ ਦੇਖੋ ਜੀ ਇੱਕ ਮੇਨ ਬਾਕਸ ਹੁੰਦਾ ਹੈ, ਠੀਕ ਹੈ ਜੀ, ਔਰ ਉਸ ਦੇ ਨਾਲ ਸਪੀਕਰ ਅਟੈਚ ਹੁੰਦੇ ਹਨ। ਤਾਂ ਦੇਖੋ ਮੇਨਲੀ ਅਗਰ ਆਪਾਂ ਉਸ ਦੇ ਵਿੱਚ ਇੰਪੋਰਟੈਂਟ ਚੀਜ਼ ਦੀ ਗੱਲ ਕਰਦੇ ਹਾਂ ਤਾਂ ਉਹ ਕੀ ਹੁੰਦਾ ਹੈ ਜੀ, ਉਹ ਮੇਨ ਜੋ ਸੈਟਅਪ ਆਪਾਂ ਲਗਾਇਆ ਹੈ, ਹਾਂਜੀ, ਔਰ ਉਹ ਕੀ ਹੈ ਆਪਣਾ CNS ਯਾਨੀ ਕਿ ਸੈਂਟਰਲ ਨਰਵਸ ਸਿਸਟਮ, ਔਰ ਜੋ ਸਪੀਕਰ ਅਟੈਚ ਹਨ ਉਸ ਦੇ ਨਾਲ ਉਹ ਕੀ ਹਨ ਜੀ, ਉਹ ਹਨ ਪੈਰੀਫਰਲ ਨਰਵਸ ਸਿਸਟਮ। ਤਾਂ ਇਸ ਤਰ੍ਹਾਂ ਹੀ CNS ਦੇ ਨਾਲ PNS ਅਟੈਚ ਹੁੰਦਾ ਹੈ। ਹੁਣ ਆਪਾਂ ਇੱਕ ਪ੍ਰੀਵੀਅਸ ਈਅਰ ਕੁਐਸਚਨ ਦੀ ਗੱਲ ਕਰ ਲੈਂਦੇ ਹਾਂ। ਆਪਾਂ ਨੂੰ ਬ੍ਰੇਨ ਦੇ ਬਾਰੇ ਪਤਾ ਹੈ, ਬਟ ਕੁਝ ਲੋਕ ਹੋਣਗੇ ਜਿਨ੍ਹਾਂ ਨੇ ਸਪਾਈਨਲ ਕੋਡ ਅੱਜ ਪਹਿਲੀ ਵਾਰ ਸੁਣਿਆ ਹੋਏਗਾ। ਹਾਂਜੀ, ਹੁਣ ਇੱਕ ਕੁਐਸਚਨ ਪ੍ਰੀਵੀਅਸ ਈਅਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ, ਵਿਚ ਪਾਰਟ ਆਫ ਦਾ ਸੈਂਟਰਲ ਨਰਵਸ ਸਿਸਟਮ ਕੰਟਰੋਲ ਰਿਫਲੈਕਸ ਐਕਸ਼ਨ। ਤਾਂ ਆਪਣਾ ਰਾਈਟ ਆਨਸਰ ਹੋਏਗਾ ਜੀ ਸਪਾਈਨਲ ਕੋਡ। ਹੁਣ ਇਹ ਰਿਫਲੈਕਸ ਐਕਸ਼ਨ ਕੀ ਹੁੰਦੇ ਹਨ? ਫੋਰ ਐਗਜ਼ਾਮਪਲ, ਆਪਾਂ ਕਿਸੇ ਗਰਮ ਚੀਜ਼ ਨੂੰ ਹੱਥ ਲਾਇਆ ਤਾਂ ਅਚਾਨਕ ਹੀ ਆਪਾਂ ਕੀ ਕਰਦੇ ਹਾਂ, ਆਪਣੇ ਹੱਥ ਨੂੰ ਪਿੱਛੇ ਕਰ ਲੈਂਦੇ ਹਾਂ, ਜਾਂ ਫਿਰ ਆਪਣੇ ਨੱਕ ਦੇ ਵਿੱਚ ਕੀ ਹੈ ਕੋਈ ਮੱਛਰ ਜਾਂ ਕੋਈ ਮੱਖੀ ਚਲੀ ਜਾਂਦੀ ਹੈ ਤਾਂ ਆਪਾਂ ਨੂੰ ਕੀ ਹੈ ਛਿੱਕ ਆ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਕੀ ਹਨ, ਰਿਫਲੈਕਸ ਐਕਸ਼ਨ ਹੁੰਦੀਆਂ ਹਨ। ਇਹਨਾਂ ਲਈ ਕੌਣ ਰਿਸਪੌਂਸੀਬਲ ਹੁੰਦਾ ਹੈ? ਸਪਾਈਨਲ ਕੋਡ ਹੁੰਦਾ ਹੈ। ਆਈ ਹੋਪ ਇਹ ਚੀਜ਼ ਤੁਹਾਨੂੰ ਕਲੀਅਰ ਹੋ ਚੁੱਕੀ ਹੋਏਗੀ। ਹੁਣ ਤੁਹਾਡੇ ਸਾਹਮਣੇ ਇੱਕ ਡਾਇਗਰਾਮ ਹੈ, ਇਸ ਨੂੰ ਤੁਸੀਂ ਧਿਆਨ ਦੇ ਨਾਲ ਸਮਝਣਾ ਹੈ। ਦੇਖੋ ਸਟੂਡੈਂਟ, ਅਗਰ ਆਪਾਂ ਗੱਲ ਕਰਦੇ ਹਾਂ ਆਪਣੇ CNS ਦੀ यानी कि सेंट्रल नर्वस सिस्टम, तो आप देखिया दो चीज़ा ब्रेन और स्पाइनल कोड। ब्रेन के बारे आप डिस्कस करांगे, स्पाइनल कोड आप पढ़ चुके हैं। हुण आप देखते हाँ जी पैरीफरल नर्वस सिस्टम जो अटैच हुंदा है CNS दे नाल। इस दे विच आप दो चीज़ा बेसिकली आप पढ़ांगे, एक है जी कार्नियल नर्व्स और दूसरा है स्पाइनल नर्व। देखो आप देखिया जो PNS है ਪੈਰੀਫਰਲ ਨਰਵਸ ਸਿਸਟਮ, ਇਹ ਅਟੈਚ ਹੁੰਦਾ ਹੈ CNS ਦੇ ਨਾਲ, ਬਟ ਕਿਸ ਦੇ ਥਰੂ? ਤਾਂ ਦੋ ਨਰਵਸ ਹੁੰਦੀਆਂ ਹਨ, ਕਾਰਨੀਅਲ ਨਰਵਸ ਔਰ ਸਪਾਈਨਲ ਨਰਵਸ। ਹੁਣ ਇੱਕ ਪੁਆਇੰਟ ਤੁਹਾਡੇ ਸਾਹਮਣੇ ਹੈ। ਹਾਂਜੀ, ਅਗਰ ਆਪਾਂ ਗੱਲ ਕਰਦੇ ਹਾਂ ਕਾਰਨੀਅਲ ਨਰਵਸ ਕੀ ਹੁੰਦੀਆਂ ਹਨ, ਇਹ ਇੰਪੋਰਟੈਂਟ ਹੈ ਤੁਹਾਡੇ ਲਈ ਜਾਣਨਾ। ਕਾਰਨੀਅਲ ਨਰਵਸ ਕੀ ਹੁੰਦੀਆਂ ਹਨ? ਤਾਂ ਆਪਾਂ ਦੇਖਦੇ ਹਾਂ ਬ੍ਰੇਨ ਨਾਲ ਜੁੜੀਆਂ ਹੋਈਆਂ ਨਰਵਸ ਨੂੰ ਕਾਰਨੀਅਲ ਨਰਵਸ ਕਹਿੰਦੇ ਹਨ। ਹਾਂਜੀ, आई होप ये चीज़ तुहानू क्लीयर हो चुकी होएगी। और स्पाइनल नर्व्स की होंदियां हन? तो स्पाइनल कोड नाल जुड़ियां हुई नर्व्स नू स्पाइनल नर्व्स कहते हैं। देखो स्टूडेंट, दोनों दे विच थोड़ा जिहा डिफरेंस है। फॉर एग्जाम्पल, अगर आप गल करते हाँ कार्नियल नर्व्स की, तो जो ब्रेन दे नाल नर्व्स जुड़ियां होंदियां हन उन्हां नू कार्नियल नर्व्स बोलिया जाता है, और जो स्पाइनल कोड दे नाल नर्व्स जुड़ियां होंदियां हन उन्हां नू स्पाइनल नर्व्स बोलिया जाता है। आप डायग्राम में एक बार दोबारा देख लेंगे हाँ। देखो ये जो नर्व्स हैं ये अपने ब्रेन के नाल जुड़िया हुई हैं, ठीक है, इन्हों बोला जाएगा कार्नियल नर्व्स। और ये जो अपने स्पाइनल कोड के नाल अटैच हैं इन्हों बोलिया जाएगा स्पाइनल नर्व्स। आई होप ये चीज़ तुहानू क्लीयर हो चुकी होगी। हुण मैं नोट करके एक पॉइंट लिखा है, कार्नियल नर्व्स एंड स्पाइनल नर्व्स ਪੈਰੀਫਰਲ ਨਰਵਸ ਸਿਸਟਮ ਦਾ ਹਿੱਸਾ ਹੁੰਦਾ ਹੈ। देखो जी आप देखिया अपने नर्वस सिस्टम के दो पार्ट हैं, सेंट्रल नर्वस सिस्टम और पैरीफरल नर्वस सिस्टम। अक्सर एग्जाम के पूछा जाता है कार्नियल नर्व्स एंड स्पाइनल नर्व्स किसका हिस्सा है? तो अपना आंसर होएगा पैरीफरल नर्वस सिस्टम का हिस्सा है। हुण आप मूव करते हाँ कुछ प्रीवियस ईयर MCQ क्वेश्चन के उपर। क्वेश्चन तुहाडे सामने है जी, the communication between the central nervous system and the other part of the body is facilitated by। तो अपना जो राइट आंसर होएगा वो होएगा जी पैरीफरल नर्वस सिस्टम। देखो स्टूडेंट, क्वेश्चन की कहता है, क्वेश्चन दे विच है सेंट्रल नर्वस सिस्टम अते बॉडी के बाकी पार्ट दे विच जो कम्युनिकेशन करवाने दे विच हैल्प करता है वो कौन है? तो आप देखिए जी पैरीफरल नर्वस सिस्टम। और पैरीफरल नर्वस सिस्टम दे विच जो कार्नियल नर्व्स और
ਸਪਾਈਨਲ ਨਰਵਸ ਹੁੰਦੀਆਂ ਹਨ, ਇਹ ਕੀ ਕਰਦੀਆਂ ਹਨ, ਅਟੈਚ ਹੁੰਦੀਆਂ ਹਨ ਬੋਡੀ ਪਾਰਟ ਦੇ ਨਾਲ ਜਾਂ ਫਿਰ ਆਪਣੇ ਸੀਐਨਐਸ ਦੇ ਨਾਲ। ਤਾਂ ਇਹ ਕੀ ਕਰਦੀਆਂ ਹਨ, ਕਮਿਊਨੀਕੇਟ ਕਰਨ ਦੇ ਵਿੱਚ ਹੈਲਪ ਕਰਦੀਆਂ ਹਨ। ਨੈਕਸਟ ਕੁਐਸਚਨ ਹੈ ਤੁਹਾਡੇ ਸਾਹਮਣੇ, ਵਿਚ ਨਰਵ ਆਰ ਅਟੈਚਡ ਟੂ ਦਾ ਬ੍ਰੇਨ। ਸਾਰਿਆਂ ਨੇ ਇਸ ਦਾ ਆਨਸਰ ਕਰਨਾ ਹੈ। ਆਪਾਂ ਪਿਛਲੀ ਸਲਾਈਡ ਦੇ ਵਿੱਚ ਕਰ ਚੁੱਕੇ ਹਾਂ। ਹਾਂਜੀ, ਤਾਂ ਬ੍ਰੇਨ ਦੇ ਨਾਲ ਕਿਹੜੀ ਨਰਵ ਅਟੈਚ ਹੁੰਦੀ ਹੈ? ਆਪਸ਼ਨ ਨੰਬਰ ਏ ਕਾਰਨੀਅਲ ਨਰਵ, ਔਰ ਸਪਾਈਨਲ ਨਰਵ ਸਪਾਈਨਲ ਕੋਰਡ ਦੇ ਨਾਲ ਅਟੈਚ ਹੁੰਦੀ ਹੈ। ਹੁਣ ਦੇਖੋ ਜੀ, ਅਗਰ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਕੰਮ ਦੀ, ਹਾਂਜੀ, ਤਾਂ ਇਹਨਾਂ ਦਾ ਕੰਮ ਕੀ ਹੁੰਦਾ ਹੈ? ਇਹ ਸੈਂਟਰਲ ਨਰਵਸ ਸਿਸਟਮ ਤੋਂ ਮਿਲੀ ਸੂਚਨਾ ਨੂੰ ਸਰੀਰ ਦੇ ਅਲੱਗ-ਅਲੱਗ ਅੰਗਾਂ ਤੱਕ ਪਹੁੰਚਾਉਂਦਾ ਹੈ। ਹਾਂਜੀ, ਹੁਣ ਇਹ ਚੀਜ਼ ਤੁਹਾਨੂੰ ਕਲੀਅਰ ਹੋ ਚੁੱਕੀ ਹੋਏਗੀ। ਹੁਣ ਆਪਾਂ ਆਪਣੇ ਟੌਪਿਕ ਦਾ ਇੰਪੋਰਟੈਂਟ ਜੋ ਬੋਲ ਸਕਦੇ ਹਾਂ ਸਾਰ ਹੈ, ਹਾਂਜੀ, ਜਾਂ ਫਿਰ ਰੀੜ੍ਹ ਦੀ ਹੱਡੀ ਬੋਲ ਸਕਦੇ ਹਾਂ, ਜਿੱਥੋਂ ਕੁਐਸਚਨ ਜ਼ਿਆਦਾ ਪੁੱਛੇ ਜਾਂਦੇ ਹਨ। ਧਿਆਨ ਦੇ ਨਾਲ ਦੇਖਣਾ ਹੈ। ਅਗਰ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਤੁਸੀਂ ਲਾਈਕ ਕਰੋ, ਵੱਧ ਤੋਂ ਵੱਧ ਆਪਣੇ ਫਰੈਂਡ ਨੂੰ ਇਸ ਦਾ ਲਿੰਕ ਸੈਂਡ ਕਰੋ। ਹਾਂਜੀ, ਹੁਣ ਆਪਾਂ ਬ੍ਰੇਨ ਦੇ ਉੱਪਰ ਪਹਿਲਾਂ ਕੁਝ ਬੇਸਿਕ ਕੁਐਸਚਨ ਦੇਖ ਲੈਂਦੇ ਹਾਂ। ਹਾਂਜੀ, ਅਗਰ ਆਪਾਂ ਗੱਲ ਕਰਦੇ ਹਾਂ ਆਪਣੇ ਬ੍ਰੇਨ ਦੀ, ਤਾਂ ਕਈ ਵਾਰ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਬ੍ਰੇਨ ਦਾ weight ਕਿੰਨਾ ਹੁੰਦਾ ਹੈ। ਤਾਂ 1350 ਤੋਂ ਲੈ ਕੇ 1400 ਗ੍ਰਾਮ ਆਪਣੇ ਬ੍ਰੇਨ ਦਾ weight ਹੁੰਦਾ ਹੈ। ਸਟੱਡੀ ਆਫ ਬ੍ਰੇਨ, ਆਪਣੇ ਦਿਮਾਗ ਦੇ ਅਧਿਐਨ ਨੂੰ ਕੀ ਬੋਲਿਆ ਜਾਂਦਾ ਹੈ? ਨਿਊਰੋਲੋਜੀ। ਨਿਊਰੋ ਨੂੰ ਦੇਖ ਕੇ ਤੁਹਾਨੂੰ ਕੁਝ ਯਾਦ ਆਉਣਾ ਚਾਹੀਦਾ ਹੈ। ਹਾਂਜੀ, ਤਾਂ ਕੀ ਯਾਦ ਆਇਆ? ਨਿਊਰੋਨ, यानी कि न्यूरॉन तो मिलके अपना ब्रेन बनया है, और ब्रेन की स्टडी ਨੂੰ ਬੋਲਿਆ ਜਾਏਗਾ न्यूरोलॉजी। थर्ड पॉइंट है जी EEG, दैट इज़ वेरी इंपॉर्टेंट। सब तो पहली चीज़ EEG की फुल फॉर्म की है? तो इसकी फुल फॉर्म है ਇਲੈਕਟ੍ਰੋਐਨਸੀਫਲੋਗ੍ਰਾਫ। ਹੁਣ ਇਸ EEG ਦਾ ਕੰਮ ਕੀ ਹੁੰਦਾ ਹੈ? ਤਾਂ ਬ੍ਰੇਨ ਦੇ ਫੰਕਸ਼ਨ ਨੂੰ ਦੇਖਣ ਲਈ ਇਲੈਕਟ੍ਰੋਐਨਸੀਫਲੋਗ੍ਰਾਫ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ECG ਬਾਰੇ ਸੁਣਿਆ ਹੋਏਗਾ। ECG, ਹਾਂਜੀ, ਤਾਂ ECG ਆਪਣੇ ਦਿਲ ਯਾਨੀ ਕਿ ਆਪਣੇ ਹਾਰਟ ਦੇ ਨਾਲ ਸੰਬੰਧਿਤ ਹੁੰਦੀ ਹੈ, ਔਰ EEG ਰਿਲੇਟਡ ਟੂ ਆਵਰ ਬ੍ਰੇਨ ਦੀ ਐਕਟੀਵਿਟੀ ਫੰਕਸ਼ਨੈਲਿਟੀ ਨੂੰ ਦੇਖਣ ਲਈ ਇਲੈਕਟ੍ਰੋਐਨਸੀਫਲੋਗ੍ਰਾਫ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਇੱਕ ਚੀਜ਼ ਹੋਰ ਕੁਐਸਚਨ ਪੁੱਛਿਆ ਜਾਂਦਾ ਹੈ, ਹਾਂਜੀ, ਕਿ ਜੋ ਸਾਡੀ ਬੋਡੀ ਦੇ ਵਿੱਚ ਆਕਸੀਜਨ ਅਤੇ ਗਲੂਕੋਜ਼ ਹੁੰਦਾ ਹੈ ਉਸ ਦਾ 20% ਯੂਜ਼ ਕਿਸ ਦੁਆਰਾ ਕਰਿਆ ਜਾਂਦਾ ਹੈ? ਤਾਂ ਆਪਣਾ ਆਨਸਰ ਕੀ ਹੋਏਗਾ ਜੀ? ਸਾਡੇ ਬ੍ਰੇਨ ਦੁਆਰਾ। ਹਾਂਜੀ, ਤਾਂ ਸਾਡੇ ਸਰੀਰ ਵਿੱਚ ਮੌਜੂਦ ਆਕਸੀਜਨ ਅਤੇ ਗਲੂਕੋਜ਼ ਦਾ 20% ਸਿਰਫ ਸਾਡੇ ਦਿਮਾਗ ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਆਪਾਂ ਆਪਣੇ ਬ੍ਰੇਨ ਦੀ ਸਟਰਕਚਰ ਨੂੰ ਦੇਖਦੇ ਹਾਂ। ਹਾਂਜੀ, ਦੇਖੋ ਸਟੂਡੈਂਟ, ਆਪਣਾ ਜੋ ਬ੍ਰੇਨ ਹੁੰਦਾ ਹੈ ਇਹ ਬੇਸਿਕਲੀ 3 ਪਾਰਟ ਦੇ ਵਿੱਚ ਡਿਵਾਈਡ ਹੁੰਦਾ ਹੈ। वो 3 पार्ट ਕਿਹੜੇ ਹਨ? ਦੇਖੋ, ਉੱਪਰ ਵਾਲਾ ਜੋ ਪੋਰਸ਼ਨ ਹੈ ਯਾਨੀ ਕਿ ਸਭ ਤੋਂ ਫਰੰਟ ਵਾਲਾ ਪੋਰਸ਼ਨ, ਉਸ ਨੂੰ ਨਾਮ ਦਿੱਤਾ ਗਿਆ ਹੈ ਫੋਰ ਬ੍ਰੇਨ। ਸੈਂਟਰ ਵਾਲਾ ਜੋ ਪਾਰਟ ਹੁੰਦਾ ਹੈ ਉਸ ਨੂੰ ਨਾਮ ਦਿੱਤਾ ਗਿਆ ਹੈ ਮਿਡ ਬ੍ਰੇਨ, ਔਰ ਜੋ ਬੈਕ ਸਾਈਡ ਵਾਲਾ ਪਾਰਟ ਹੁੰਦਾ ਹੈ ਉਸ ਨੂੰ ਨਾਮ ਦਿੱਤਾ ਗਿਆ ਹੈ ਹਿੰਡ ਬ੍ਰੇਨ। ਆਪਣਾ ਬ੍ਰੇਨ 3 ਪਾਰਟ ਵਿੱਚ ਡਿਵਾਈਡ ਹੈ। ਫੋਰ ਬ੍ਰੇਨ ਅੱਗੇ ਵਾਲਾ ਦਿਮਾਗ, ਮਿਡ ਬ੍ਰੇਨ ਸੈਂਟਰ ਵਾਲਾ ਦਿਮਾਗ ਦਾ ਹਿੱਸਾ, ਔਰ ਹਿੰਡ ਬ੍ਰੇਨ ਬੈਕ ਸਾਈਡ ਆਫ ਬ੍ਰੇਨ। ਹਾਂਜੀ, ਹੁਣ ਇਹ ਚੀਜ਼ ਤੁਹਾਡੇ ਲਈ ਸਮਝਣੀ ਬਹੁਤ ਜ਼ਰੂਰੀ ਹੈ। ਦੇਖੋ ਸਟੂਡੈਂਟ, ਅਗਰ ਆਪਾਂ ਗੱਲ ਕਰਦੇ ਹਾਂ, ਆਪਣੇ ਸਭ ਤੋਂ ਉੱਪਰ ਹੇਅਰ ਹੁੰਦੇ ਹਨ। ਹਾਂਜੀ, ਹੇਅਰ ਤੋਂ ਬਾਅਦ ਕੀ ਹੈ ਜੀ? ਆਪਣਾ ਸਕਲ ਆਏਗਾ, ਯਾਨੀ ਕਿ ਜਿਸ ਨੂੰ ਆਪਾਂ ਆਪਣਾ ਕਪਾਲ ਬੋਲਦੇ ਹਾਂ। ਹਾਂਜੀ, ਕਪਾਲ। ਹੁਣ ਸਕਲ ਦੀ ਗੱਲ ਕਰਦੇ ਹਾਂ, ਇਹ ਇੱਕ ਸਟਰੋਂਗੈਸਟ ਪਾਰਟ ਹੈ, ਠੀਕ ਹੈ। ਇਸ ਸਕਲ ਤੋਂ ਬਾਅਦ ਕੀ ਹੈ ਜੀ? ਇਸ ਸਕਲ ਤੋਂ ਬਾਅਦ ਆਪਣਾ ਆਏਗਾ ਜੀ ਮੈਨੇਂਜਾਈਸ। ਹਾਂਜੀ, ਕੀ ਆਏਗਾ? ਮੈਨੇਂਜਾਈਸ। ਇਸ ਦੇ 3 ਪਾਰਟ ਹੁੰਦੇ ਹਨ। ਹਾਂਜੀ, ਉਸ ਨੂੰ ਬੋਲਿਆ ਜਾਂਦਾ ਹੈ ਮੈਨੇਂਜਿਸ। ਮੈਨੇਂਜਿਸ ਦੇ 3 ਪਾਰਟ ਹੁੰਦੇ ਹਨ। ਇੱਕ ਹੁੰਦਾ ਹੈ ਡਿਊਰਾਮੀਟਰ, ਆਰਕਿਓਨੋਇਡ ਔਰ ਪਾਈਮੀਟਰ। ਦੇਖੋ ਸਟੂਡੈਂਟ, ਹੁਣ ਐਗਜ਼ਾਮ ਵਿੱਚ ਕੀ ਪੁੱਛਿਆ ਜਾਏਗਾ? ਹਾਂਜੀ, ਪਹਿਲਾਂ ਦੇਖਦੇ ਹਾਂ ਇਸ ਤੋਂ ਬਾਅਦ ਕੀ ਆਏਗਾ। ਤਾਂ ਇਸ ਤੋਂ ਬਾਅਦ ਆਏਗਾ ਬ੍ਰੇਨ, यानी कि अपना सब तो ऊपर की होएगा स्कल यानी कि अपना कपाल होएगा, उस तो बाद होएगा ड्यूरामीटर, फिर होएगा आर्कियोनॉइड मीटर और फिर होएगा पाईमीटर, उस तो बाद अपना ब्रेन होएगा। हुण एग्जाम दे विच क्वेश्चन पूछा जाता है, हाँ जी क्वेश्चन की पूछा जाएगा जो अपना ब्रेन है, ब्रेन के उपर किहड़ी लेयर पाई जाती है, अपना आंसर होएगा जी पाईमीटर। हाँ जी पाईमीटर तो बाद आर्कियोनॉइड, आर्कियोनॉइड तो उपर की हुंदा है ड्यूरामीटर हुंदा है। देखो स्टूडेंट, ये जो लेयर हुंदियां हैं इन्हां नूं आपां शॉक ऑब्जर्वर भी बोल सकते हाँ। फॉर एग्जाम्पल
ਇਹ ਇਹਨਾਂ ਦੇ ਵਿੱਚ ਕੀ ਹੈ, ਇੱਕ ਫਲੂਇਡ ਹੁੰਦਾ ਹੈ। ਜਦੋਂ ਆਪਾਂ ਗਿਰਦੇ ਹਾਂ ਤਾਂ ਸਭ ਤੋਂ ਪਹਿਲੇ ਕੀ ਹੈ, ਆਪਣਾ ਜੋ ਸਕਲ ਹੁੰਦਾ ਹੈ ਇਹ ਡੈਮੇਜ ਹੁੰਦਾ ਹੈ। ਉਸ ਤੋਂ ਬਾਅਦ ਆਪਣੇ ਬ੍ਰੇਨ 'ਤੇ ਚੋਟ ਨਾ ਆਏ, ਇਸ ਲਈ ਇਹ ਜੋ ਡਿਊਰਾਮੀਟਰ, ਆਰਕਨੋਇਡ ਔਰ ਪਾਈਮੀਟਰ ਹਨ, ਇਹ ਕੀ ਹੈ, ਇੱਕ ਸ਼ੌਕ ਅਬਜ਼ਰਵਰ ਦੀ ਤਰ੍ਹਾਂ ਰਿਐਕਟ ਕਰਦੇ ਹਨ ਤਾਂ ਆਪਣੇ ਬ੍ਰੇਨ ਨੂੰ ਜ਼ਿਆਦਾ ਸੱਟ ਨਹੀਂ ਲੱਗਦੀ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਇਸ ਤੋਂ ਬਾਅਦ ਆਪਣੇ ਬ੍ਰੇਨ ਦੇ ਬਾਰੇ। ਤਾਂ ਆਪਾਂ ਦੇਖਿਆ ਆਪਣੇ ਬ੍ਰੇਨ ਦੇ ਕਿੰਨੇ ਪਾਰਟ ਹਨ, ਤਾਂ ਆਪਾਂ ਦੇਖਿਆ ਬ੍ਰੇਨ ਦੇ 3 ਪਾਰਟ ਹਨ। ਕਿਹੜੇ? ਫੋਰ ਬ੍ਰੇਨ, ਮਿਡ ਬ੍ਰੇਨ ਔਰ ਹਿੰਡ ਬ੍ਰੇਨ। ਸਟੂਡੈਂਟ PDF ਦੀ ਟੈਨਸ਼ਨ ਨਹੀਂ ਲੈਣੀ ਹੈ, ਇਹ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ 24/7 ਐਜੂਕੇਸ਼ਨ ਹੱਬ ਦੇ ਉੱਪਰ ਪ੍ਰੋਵਾਈਡ ਕਰਵਾ ਦਿੱਤੀ ਜਾਏਗੀ। ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਹਾਂਜੀ, ਹੁਣ ਆਪਾਂ ਇੱਕ ਪ੍ਰੀਵੀਅਸ ਈਅਰ ਕੁਐਸਚਨ ਨੂੰ ਦੇਖ ਲੈਂਦੇ ਹਾਂ। ਕੁਐਸਚਨ ਹੈ ਜੀ, ਨਰਵਸ ਸਿਸਟਮ ਕੰਸਿਸਟ ਆਫ। ਨਰਵਸ ਸਿਸਟਮ ਕਿਸ ਤੋਂ ਮਿਲ ਕੇ ਬਣਿਆ ਹੁੰਦਾ ਹੈ? 4 ਆਪਸ਼ਨਾਂ ਹਨ ਤੁਹਾਡੇ ਸਾਹਮਣੇ। ਆਪਸ਼ਨ ਨੰਬਰ A ਬ੍ਰੇਨ, ਆਪਸ਼ਨ ਨੰਬਰ B ਸਪਾਈਨਲ ਕੋਡ, ਆਪਸ਼ਨ ਨੰਬਰ C ਨਰਵਸ। ਤਾਂ ਆਪਣਾ ਆਨਸਰ ਕੀ ਹੋਏਗਾ ਜੀ? ਆਪਸ਼ਨ ਨੰਬਰ D ਆਲ ਆਫ ਦਾ ਅਬਵ। ਯਾਨੀ ਕਿ ਆਪਣਾ ਜੋ ਨਰਵਸ ਸਿਸਟਮ ਹੈ ਇਹ ਬ੍ਰੇਨ, ਸਪਾਈਨਲ ਕੋਡ ਅਤੇ ਨਰਵਸ ਤੋਂ ਮਿਲ ਕੇ ਬਣਿਆ ਹੁੰਦਾ ਹੈ। ਹਾਂਜੀ, ਹੁਣ ਆਪਾਂ ਇਸ ਦੀ ਐਕਸਪਲੇਨੇਸ਼ਨ ਦੇਖ ਲੈਂਦੇ ਹਾਂ। ਦ ਬ੍ਰੇਨ ਐਂਡ ਦ ਸਪਾਈਨਲ ਕੋਡ ਅਲੋਂਗ ਵਿਦ ਨਰਵਸ ਕੌਨਸਟੀਟਿਊਟ ਦਾ ਨਰਵਸ ਸਿਸਟਮ। ਯਾਨੀ ਕਿ ਜੋ ਆਪਣਾ ਬ੍ਰੇਨ ਅਤੇ ਸਪਾਈਨਲ ਕੋਡ ਹੁੰਦੇ ਹਨ, ਹਾਂਜੀ, ਇਹ ਨਰਵਸ ਸਿਸਟਮ ਦੇ ਨਾਲ ਨਰਵ ਦੇ ਨਾਲ ਮਿਲ ਕੇ ਨਰਵਸ ਸਿਸਟਮ ਦਾ ਨਿਰਮਾਣ ਕਰਦੇ ਹਨ। ਹੁਣ ਆਪਾਂ ਆਪਣੇ ਬ੍ਰੇਨ ਦੀ ਸਟਰਕਚਰ ਨੂੰ ਦੇਖ ਲੈਂਦੇ ਹਾਂ। ਆਪਾਂ ਦੇਖਿਆ ਆਪਣਾ ਬ੍ਰੇਨ 3 ਪਾਰਟ ਦੇ ਵਿੱਚ ਡਿਵਾਈਡ ਹੁੰਦਾ ਹੈ, ਫੋਰ ਬ੍ਰੇਨ, ਮਿਡ ਬ੍ਰੇਨ ਔਰ ਹਿੰਡ ਬ੍ਰੇਨ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਫੋਰ ਬ੍ਰੇਨ ਦੇ ਬਾਰੇ। ਹਾਂਜੀ, ਫੋਰ ਬ੍ਰੇਨ 2 ਪਾਰਟ ਦੇ ਵਿੱਚ ਡਿਵਾਈਡ ਹੁੰਦਾ ਹੈ। ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਸੈਰੀਬ੍ਰਮ ਕਿਸ ਦਾ ਪਾਰਟ ਹੈ? ਤਾਂ ਫੋਰ ਬ੍ਰੇਨ ਦੀ ਜੋ 2 ਪਾਰਟ ਹਨ, ਫਸਟ ਹੈ ਜੀ ਸੈਰੀਬ੍ਰਮ ਔਰ ਸੈਕਿੰਡ ਹੈ ਡਾਈਐਨਸੀਫਲੋ। ਹਾਂਜੀ, 2 ਪਾਰਟ ਕਿਹੜੇ ਹਨ? ਸੈਰੀਬ੍ਰਮ ਔਰ ਡਾਈਐਨਸੀਫਲੋਨ। ਹਾਂਜੀ, ਅੱਗੇ ਡਾਈਐਨਸੀਫਲੋਨ ਔਰ 4 ਪਾਰਟ ਦੇ ਵਿੱਚ ਡਿਵਾਈਡ ਹੁੰਦਾ ਹੈ। ਸਭ ਤੋਂ ਪਹਿਲਾਂ ਥੈਲਮਸ, दूसरी है जी हाइपोथैलमस, तीसरी है अमीगडला और चौथी है हिप्पोकैम्पस। सब तो पहला आपां डाईएनसीफलोन नूं आपां कवर करांगे। इसके जो 4 पार्ट हैं, फिर आपां देखांगे सैरीब्रम, अपना फोर ब्रेन कंप्लीट हो जाएगा। फोर ब्रेन तो बाद आपां देखांगे मिड ब्रेन, फिर आपां देखांगे हिंड ब्रेन और लास्ट दे विच आपां स्पाइनल कोड देखांगे और कुछ प्रीवियस ईयर क्वेश्चन कवर अप करांगे। सब तो पहला आप देखते हैं जी थैलमस का काम की होंदा है। नंबर 1 ते है जी थैलमस। थैलमस किस दा पार्ट है? ये है जी अपने फोर ब्रेन का पार्ट। थैलमस के काम की गल करते हैं तो ये कोल्ड, हॉट एंड पेन का एहसास करवाता है। यानी कि ठंडा, गर्म और दर्द का एहसास कौन करवाता है? अपने ब्रेन का जो पार्ट है थैलमस। और ये लगातार 55 मिनट काम करता है। SSC ਦੇ ਵਿੱਚ ਇੱਕ ਕੁਐਸਚਨ ਕਰਿਆ ਗਿਆ ਸੀ, ਜੋ ਥੈਲਮਸ ਹੈ, ਥੈਲਮਸ ਕੰਟੀਨਿਊਸਲੀ ਕਿੰਨੇ ਮਿੰਟ ਤੱਕ ਕੰਮ ਕਰ ਸਕਦਾ ਹੈ? ਤਾਂ ਆਪਣਾ ਆਨਸਰ ਹੋਏਗਾ ਜੀ 55 ਮਿੰਟ। ਫੋਰ ਐਗਜ਼ਾਮਪਲ, ਅਗਰ ਆਪਾਂ ਕਿਸੇ ज़्यादा ਟੈਂਪਰੇਚਰ ਵਾਲੀ ਜਗ੍ਹਾ 'ਤੇ ਜਾਂਦੇ ਹਾਂ ਤਾਂ ਉੱਥੇ ਕੀ ਹੈ ਜੀ, ਆਪਾਂ ਨੂੰ ਗਰਮੀ ਲੱਗਣੀ ਸਟਾਰਟ ਹੋ ਜਾਂਦੀ ਹੈ। ਬਟ ਕੁਝ ਟਾਈਮ ਬਾਅਦ ਹੀ ਕੀ ਹੈ, ਆਪਾਂ ਉਸ এনवायरमेंट ਦੇ ਵਿੱਚ ਢਲ ਜਾਂਦੇ ਹਾਂ। ਇਸ ਦਾ ਰੀਜ਼ਨ ਕੀ ਹੈ ਜੀ? कोल्ड, हॉट और पेन का एहसास कौन करवाएगा? थैलमस। और ये सिर्फ और सिर्फ लगातार 55 मिनट काम कर सकता है। सैकेंड अगर आप गल करते हैं, दैट इज़ वेरी इंपोर्टेंट, हाइपोथैलमस। हाइपोथैलमस भी किसका पार्ट है? ये भी पार्ट है जी फोर ब्रेन का। हाँ जी, हाइपोथैलमस की अगर आप गल करते हैं, इसका जो फर्स्ट पॉइंट तुसी याद रखना है, हंगर थ्रस्ट का एहसास कौन करवाता है? अपना राइट आंसर होएगा हाइपोथैलमस, यानी कि भुख अते प्यास। पहला आपां थैलमस दे विच करिया, हॉट, कोल्ड एंड पेन का एहसास करवाएगा थैलमस और हंगर और थ्रस्ट का एहसास करवाएगा हाइपोथैलमस। स्टूडेंट दोनों दे विच बहुत ही माइनर जिहा डिफरेंस है। कई बार स्टूडेंट कन्फ्यूज़ हो जाता है, तो तुसी याद रखना है हॉट, कोल्ड और पेन का एहसास करवाएगा थैलमस, हंगर और थ्रस्ट का एहसास करवाएगा हाइपोथैलमस। सैकेंड पॉइंट जो रिलेटेड है हाइपोथैलमस दे, ये बॉडी के टैंपरेचर नूं कंट्रोल करता है। अक्सर एग्जाम दे विच क्वेश्चन पूछा जाता है, साडा जो बॉडी टैंपरेचर है उसनूं कंट्रोल कौन करता है? तो अपना आंसर होएगा जी हाइपोथैलमस। और थर्ड दैट इज़ वेरी इंपोर्टेंट,
ਪਿਟਿਊਟਰੀ ਗਲੈਂਡ ਜਾਂ ਪੀਊਸ਼ ਗ੍ਰੰਥੀ ਤੋਂ ਨਿਕਲਣ ਵਾਲੇ ਹਾਰਮੋਨ ਨੂੰ ਕੰਟਰੋਲ ਕਰਦਾ ਹੈ। 3 ਪੁਆਇੰਟ ਆਪਾਂ ਦੇਖੀਏ। ਹਾਈਪੋਥੈਲਮਸ ਦਾ ਕੰਮ ਹੁੰਦਾ ਹੈ ਹੰਗਰ ਥਰਸਟ ਦਾ ਅਹਿਸਾਸ ਕਰਵਾਉਣਾ, ਬੋਡੀ ਟੈਂਪਰੇਚਰ ਨੂੰ ਕੰਟਰੋਲ ਕਰਨਾ ਔਰ ਪੀਊਸ਼ ਗ੍ਰੰਥੀ ਜਾਂ ਪਿਟਿਊਟਰੀ ਗਲੈਂਡ ਤੋਂ ਨਿਕਲਣ ਵਾਲੇ ਹਾਰਮੋਨ ਨੂੰ ਕੰਟਰੋਲ ਕਰਨਾ। ਹੁਣ ਇੱਥੇ ਇੰਪੋਰਟੈਂਟ ਹੈ, ਪਿਟਿਊਟਰੀ ਗਲੈਂਡ ਸਰੀਰ ਦੀ ਸਭ ਤੋਂ ਛੋਟੀ ਗ੍ਰੰਥੀ ਹੈ। ਦੇਖੋ ਸਟੂਡੈਂਟ, ਪਿਛਲੀਆਂ ਸਲਾਈਡ ਦੇ ਵਿੱਚ ਆਪਾਂ ਦੇਖਿਆ ਜੋ ਲੀਵਰ ਹੈ, ਲੀਵਰ ਕੀ ਹੈ ਜੀ, ਸਭ ਤੋਂ ਵੱਡੀ ਗ੍ਰੰਥੀ, ਔਰ ਪਿਟਿਊਟਰੀ ਗਲੈਂਡ ਕੀ ਹੈ, ਸਰੀਰ ਦੀ ਸਭ ਤੋਂ ਛੋਟੀ ਗ੍ਰੰਥੀ। ਵੀਡੀਓ ਪਸੰਦ ਆ ਰਹੀ ਹੈ ਤਾਂ ਇਸ ਨੂੰ ਲਾਈਕ ਕਰੋ, ਜ਼ਿਆਦਾ ਤੋਂ ਜ਼ਿਆਦਾ ਇਸ ਨੂੰ ਸ਼ੇਅਰ ਕਰੋ। PDF ਡਾਊਨਲੋਡ ਕਰਨ ਦੇ ਲਈ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ 24/7 ਐਜੂਕੇਸ਼ਨ ਹੱਬ ਦੇ ਨਾਲ ਜੁੜ ਸਕਦੇ ਹੋ। ਥਰਡ ਪੁਆਇੰਟ ਹੈ ਜੀ ਅਮੇਗਡਲਾ, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਅਮੇਗਡਲਾ ਵੀ ਕਿਸ ਦਾ ਪਾਰਟ ਹੈ? ਅਮੇਗਡਲਾ ਪਾਰਟ ਹੈ ਜੀ ਫੋਰਬ੍ਰੇਨ ਦਾ। ਇਹ ਇਮੋਸ਼ਨ ਨੂੰ ਜਨਰੇਟ ਕਰਨ ਦੇ ਵਿੱਚ ਹੈਲਪ ਕਰਦਾ ਹੈ। ਇਮੋਸ਼ਨ ਕਿਸ ਤਰ੍ਹਾਂ ਦੇ? ਲਵ, ਹੇਟ, ਜੋ ਪਿਆਰ ਔਰ ਮੁਹੱਬਤ, ਜੋ ਇੱਦਾਂ ਦੇ ਇਮੋਸ਼ਨ ਹੁੰਦੇ ਹਨ। ਕੁਐਸਚਨ ਪੁੱਛਿਆ ਜਾਂਦਾ ਹੈ ਲਵ, ਹੇਟ ਜਾਂ ਜੋ ਇਮੋਸ਼ਨ ਹੁੰਦੇ ਹਨ ਇਹਨਾਂ ਨੂੰ ਕੌਣ ਜਨਰੇਟ ਕਰਦਾ ਹੈ? ਤਾਂ ਅਮੇਗਡਲਾ, ਜਾਂ ਫਿਰ ਆਪਾਂ ਬੋਲ ਸਕਦੇ ਹਾਂ ਆਪਣੇ ਫੋਰਬ੍ਰੇਨ ਦਾ ਕੰਮ ਹੁੰਦਾ ਹੈ। ਫੋਰਥ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ, ਹਿਪੋਕੈਂਪਸ। ਹਿਪੋਕੈਂਪਸ ਵੀ ਕਿਸ ਦਾ ਪਾਰਟ ਹੈ? ਇਹ ਵੀ ਪਾਰਟ ਹੈ ਜੀ ਫੋਰਬ੍ਰੇਨ ਦਾ। ਔਰ ਫੋਰਬ੍ਰੇਨ ਆਪਾਂ ਦੇਖਿਆ 2 ਪਾਰਟ ਵਿੱਚ ਡਿਵਾਈਡ ਹੁੰਦਾ ਹੈ, ਸੈਰੀਬ੍ਰਮ ਔਰ ਸੈਕਿੰਡ ਜੋ ਟਾਈਪ ਸੀ ਡਾਈਐਨਸੀਫਲੋਨ, ਔਰ ਡਾਈਐਨਸੀਫਲੋਨ ਦੀ ਆਪਾਂ 4th ਟਾਈਪ ਨੂੰ ਪੜ੍ਹ ਰਹੇ ਹਾਂ। ਹਾਂਜੀ, ਹੁਣ ਅਗਰ ਆਪਾਂ ਗੱਲ ਕਰਦੇ ਹਾਂ ਹਿਪੋਕੈਂਪਸ ਦੀ, ਤਾਂ ਦੇਖੋ ਜੀ ਇਸ ਦਾ ਜੋ ਕੰਮ ਹੁੰਦਾ ਹੈ ਇਹ ਸ਼ੋਰਟ ਟਰਮ ਮੈਮਰੀ ਨੂੰ ਲੌਂਗ ਟਰਮ ਮੈਮਰੀ ਦੇ ਵਿੱਚ ਕਨਵਰਟ ਕਰਦਾ ਹੈ। ਦੇਖੋ ਇੱਥੇ ਹੈ ਜੀ ਸ਼ੋਰਟ ਟਰਮ ਮੈਮਰੀ, ਇਸ ਨੂੰ ਕਨਵਰਟ ਕਰਿਆ ਲੌਂਗ ਟਰਮ ਮੈਮਰੀ ਦੇ ਵਿੱਚ, ਕਿਸ ਨੇ? ਹਿਪੋਕੈਂਪਸ ਨੇ। ਫੋਰ ਐਗਜ਼ਾਮਪਲ, ਆਪਾਂ ਕਿਸੇ ਪਰਸਨ ਨੂੰ ਇੱਕ ਵਾਰ ਦੇਖਿਆ ਤਾਂ ਉਸ ਦੀ ਇਮੇਜ ਆਪਣੇ ਦਿਮਾਗ ਦੇ ਵਿੱਚ ਕ੍ਰੀਏਟ ਹੋ ਜਾਂਦੀ ਹੈ। ਅਗਰ ਉਹ 2 ਸਾਲ ਬਾਅਦ ਵੀ ਆਪਾਂ ਨੂੰ ਦਿਖਦਾ ਹੈ ਤਾਂ ਆਪਾਂ ਨੂੰ ਉਸ ਦੇ ਬਾਰੇ ਪਤਾ ਚੱਲਦਾ ਹੈ ਕਿ ਆਪਾਂ ਇਸ ਪਰਸਨ ਨੂੰ ਪਹਿਲੇ ਵੀ ਦੇਖਿਆ ਹੋਇਆ ਹੈ। ਯਾਨੀ ਕਿ ਆਪਣੀ ਜੋ ਸ਼ੋਰਟ ਟਰਮ ਮੈਮਰੀ ਹੈ ਉਸ ਨੂੰ ਹਿਪੋਕੈਂਪਸ ਕੀ ਕਰੇਗਾ? ਲੌਂਗ ਟਰਮ ਮੈਮਰੀ ਦੇ ਵਿੱਚ ਕਨਵਰਟ ਕਰ ਦੇਗਾ। ਬਟ ਇੱਥੇ ਇੰਪੋਰਟੈਂਟ ਪੁਆਇੰਟ ਕੀ ਹੈ ਜੀ, ਕਿਸ ਦੀ ਮੌਜੂਦਗੀ ਵਿੱਚ? ਤਾਂ ਨਿਊਰੋ ਟਰਾਂਸਮਿਟਰ ਦੀ ਮੌਜੂਦਗੀ ਦੇ ਵਿੱਚ। ਹੁਣ ਕੁਐਸਚਨ ਪੁੱਛਿਆ ਜਾਂਦਾ ਹੈ ਹਿਪੋਕੈਂਪਸ ਸ਼ੋਰਟ ਟਰਮ ਮੈਮਰੀ ਨੂੰ ਲੌਂਗ ਟਰਮ ਮੈਮਰੀ ਦੇ ਵਿੱਚ ਕਨਵਰਟ ਕਰਦਾ ਹੈ ਕਿਸ ਦੀ ਮੌਜੂਦਗੀ ਦੇ ਵਿੱਚ? ਨਿਊਰੋ ਟਰਾਂਸਮਿਟਰ ਦੀ ਮੌਜੂਦਗੀ ਵਿੱਚ। ਹਾਂਜੀ, ਹੁਣ ਇਸ ਤੋਂ ਬਾਅਦ ਨੋਟ ਕਰਕੇ ਮੈਂ ਇੱਕ ਪੁਆਇੰਟ ਲਿਖਿਆ ਹੋਇਆ ਹੈ। ਦੇਖੋ ਇਹ ਨਿਊਰੋ ਟਰਾਂਸਮਿਟਰ ਕੀ ਕਰੇਗਾ? ਹੈਲਪ ਕਰੇਗਾ ਕਿਸ ਦੀ? ਹਿਪੋਕੈਂਪਸ ਦੀ। ਬਟ ਜਦੋਂ ਨਿਊਰੋ ਟਰਾਂਸਮਿਟਰ ਦੀ ਕਮੀ ਹੋ ਜਾਂਦੀ ਹੈ ਤਾਂ ਕਿਹੜਾ ਰੋਗ ਹੁੰਦਾ ਹੈ? ਹਾਂਜੀ, ਤਾਂ ਉਸ ਡਿਜ਼ੀਜ਼ ਦਾ ਨਾਮ ਹੈ ਅਲਜ਼ੀਮਰ। ਕਿਹੜੀ ਬਿਮਾਰੀ? ਅਲਜ਼ੀਮਰ। ਹੁਣ 2 ਤਰ੍ਹਾਂ ਦੇ ਕੁਐਸਚਨ ਪੁੱਛੇ ਜਾਣਗੇ। ਅਲਜ਼ੀਮਰ ਕਿਸ ਬੋਡੀ ਔਰਗਨ ਨੂੰ ਅਫੈਕਟ ਕਰਦਾ ਹੈ? ਤਾਂ ਆਪਣਾ ਆਨਸਰ ਹੋਏਗਾ ਜੀ ਬ੍ਰੇਨ। ਸੈਕਿੰਡ ਚੀਜ਼, ਅਲਜ਼ੀਮਰ ਕਿਸ ਦੀ ਕਮੀ ਨਾਲ ਹੋਣ ਵਾਲਾ ਰੋਗ ਹੈ? ਨਿਊਰੋ ਟਰਾਂਸਮਿਟਰ। ਅਗਰ ਨਿਊਰੋ ਟਰਾਂਸਮਿਟਰ ਨਾ ਘੱਟ ਹੋਣਗੇ ਤਾਂ ਅਲਜ਼ੀਮਰ ਨਾਮ ਦੀ ਬਿਮਾਰੀ ਹੋ ਜਾਏਗੀ ਔਰ ਸ਼ੋਰਟ ਟਰਮ ਮੈਮਰੀ ਨੋਟ ਕਨਵਰਟ ਇਨਟੂ ਲੌਂਗ ਟਰਮ ਮੈਮਰੀ। ਆਈ ਹੋਪ ਇਹ ਚੀਜ਼ ਤੁਹਾਨੂੰ ਕਲੀਅਰ ਹੋ ਚੁੱਕੀ ਹੋਏਗੀ। ਨੈਕਸਟ ਹੈ ਜੀ ਸੈਰੀਬ੍ਰਮ, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਸੈਰੀਬ੍ਰਮ ਦੀ ਅਗਰ ਆਪਾਂ ਗੱਲ ਕਰਦੇ ਹਾਂ, ਇਹ ਆਪਣੇ ਫੋਰਬ੍ਰੇਨ ਦਾ ਪਾਰਟ ਹੈ ਔਰ ਇਹ ਬ੍ਰੇਨ ਦਾ ਸਭ ਤੋਂ ਵੱਡਾ ਭਾਗ ਹੈ। ਇਹ 2 ਪਾਰਟ ਦੇ ਵਿੱਚ ਡਿਵਾਈਡ ਹੁੰਦਾ ਹੈ। ਦੇਖੋ ਜੀ, ਅਗਰ ਆਪਾਂ ਸੈਰੀਬ੍ਰਮ ਦੀ ਗੱਲ ਕਰਦੇ ਹਾਂ ਤਾਂ ਅਕਸਰ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਸਭ ਤੋਂ ਵੱਡਾ ਪਾਰਟ ਕਿਹੜਾ ਹੈ ਬ੍ਰੇਨ ਦਾ? ਸੈਰੀਬ੍ਰਮ। ਔਰ ਇਹ ਕਿਹੜੇ 2 ਪਾਰਟ ਵੀ ਡਿਵਾਈਡ ਹੈ? ਰਾਈਟ ਹੈਮੀਸਫੀਅਰ ਔਰ ਲੈਫਟ ਹੈਮੀਸਫੀਅਰ। ਇੱਥੇ ਹੁਣ ਸਟੂਡੈਂਟ ਦੇਖੋ, ਸਟੂਡੈਂਟ ਗਲਤੀ ਕਿੱਥੇ ਕਰਦਾ ਹੈ? ਰਾਈਟ ਹੈਮੀਸਫੀਅਰ ਔਰ ਲੈਫਟ ਹੈਮੀਸਫੀਅਰ 2 ਪਾਰਟ ਹਨ ਕਿਸ ਦੇ? ਸੈਰੀਬ੍ਰਮ ਦੇ। ਬਟ ਦੇਖੋ ਇੱਥੇ ਰਿਵਰਸ ਕੰਮ ਕਰ ਰਹੇ ਹਨ। ਜੋ ਰਾਈਟ ਹੈਮੀਸਫੀਅਰ ਹੁੰਦਾ ਹੈ ਇਹ ਸਰੀਰ ਦੇ ਲੈਫਟ ਪਾਰਟ ਨੂੰ ਕੰਟਰੋਲ ਕਰਦਾ ਹੈ ਔਰ ਜੋ ਲੈਫਟ ਹੈਮੀਸਫੀਅਰ ਹੈ ਇਹ ਸਰੀਰ ਦੇ ਰਾਈਟ ਪਾਰਟ ਨੂੰ ਕੰਟਰੋਲ ਕਰਦਾ ਹੈ। ਇੱਕ ਵਾਰ ਦੁਬਾਰਾ ਬੋਲ ਰਿਹਾ ਹਾਂ, ਸੈਰੀਬ੍ਰਮ ਦਾ ਜੋ ਰਾਈਟ ਹੈਮੀਸਫੀਅਰ ਹੁੰਦਾ ਹੈ ਇਹ ਬੋਡੀ ਦੇ ਲੈਫਟ ਪਾਰਟ ਨੂੰ ਕੰਟਰੋਲ ਕਰਦਾ ਹੈ ਔਰ ਸੈਰੀਬ੍ਰਮ ਦਾ ਜੋ ਲੈਫਟ ਹੈਮੀਸਫੀਅਰ ਹੁੰਦਾ ਹੈ ਇਹ ਸਰੀਰ ਦੇ ਰਾਈਟ ਪਾਰਟ ਨੂੰ ਕੰਟਰੋਲ ਕਰਦਾ ਹੈ। ਨੈਕਸਟ ਚੀਜ਼, ਜੋ ਰਾਈਟ ਹੈਮੀਸਫੀਅਰ ਹੈ ਇਹ ਰਿਸਪੌਂਸੀਬਲ ਕਿਸ ਦੇ ਲਈ ਹੁੰਦਾ ਹੈ? ਜੋ ਥਿੰਕਿੰਗ ਹੁੰਦੀ ਹੈ, ਆਪਣੀ ਸੋਚ, ਕ੍ਰੀਏਟੀਵਿਟੀ ਹੁੰਦੀ ਹੈ, ਆਰਟ ਐਂਡ ਰਾਈਟਿੰਗ ਸਕਿੱਲ ਨੂੰ ਕੰਟਰੋਲ ਕਰਦਾ ਹੈ। ਲੈਫਟ ਹੈਮੀਸਫੀਅਰ ਜੋ ਇੰਟੈਲੀਜੈਂਸੀ ਹੈ, ਜਿਸ ਨੂੰ ਆਪਾਂ ਬੁੱਧੀ ਬੋਲਦੇ ਹਾਂ, ਮੈਥਮੈਟਿਕਸ ਸਕਿੱਲ ਐਂਡ ਰੀਜ਼ਨਿੰਗ ਜੋ ਆਪਣੀ ਸਕਿੱਲ ਅਬਿਲਿਟੀ ਹੁੰਦੀ ਹੈ ਨੂੰ ਕੰਟਰੋਲ ਕਰਦਾ ਹੈ।
ਜੋ ਰਾਈਟ ਹੈਮੀਸਫੇਅਰ ਹੈ ਇਹ ਫੀਮੇਲ ਦੇ ਵਿੱਚ ਜ਼ਿਆਦਾ ਵਿਕਸਿਤ ਹੁੰਦਾ ਹੈ ਔਰ ਲੈਫਟ ਹੈਮੀਸਫੇਅਰ ਮੇਲ ਦੇ ਵਿੱਚ ਜ਼ਿਆਦਾ ਵਿਕਸਿਤ ਹੁੰਦਾ ਹੈ। ਸਟੂਡੈਂਟ, ਇਹ ਸਾਰਾ ਡਾਟਾ ਹਰ ਐਗਜ਼ਾਮ ਦੇ ਲਈ ਸਫੀਸ਼ੀਐਂਟ ਹੈ। ਇਸ ਤੋਂ ਜ਼ਿਆਦਾ ਤੁਹਾਨੂੰ ਕੋਈ ਵੀ ਬੁੱਕ ਫੋਲੋ ਕਰਨ ਦੀ ਜ਼ਰੂਰਤ ਨਹੀਂ ਹੈ, ਕੋਈ ਵੀ PDF ਕਰਨ ਦੀ ਜ਼ਰੂਰਤ ਨਹੀਂ ਹੈ। ਕਿਸੇ ਵੀ ਐਗਜ਼ਾਮ ਦੇ ਵਿੱਚ ਤੁਸੀਂ ਬੈਠ ਰਹੇ ਹੋ, ਚਾਹੇ ਉਹ ਸਟੇਟ ਲੈਵਲ ਐਗਜ਼ਾਮ ਹੈ, ਸੈਂਟਰ ਲੈਵਲ ਐਗਜ਼ਾਮ ਹੈ, ਇੱਕ ਵੀ ਕੁਐਸਚਨ ਤੁਹਾਨੂੰ ਇਸ ਤੋਂ ਬਾਹਰ ਨਹੀਂ ਦਿਖੇਗਾ। ਹਾਂਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਜੋ ਲਾਸਟ ਟਾਈਮ ਇੱਕ ਪੁਆਇੰਟ ਪੁੱਛਿਆ ਗਿਆ ਸੀ ਐਗਜ਼ਾਮ ਦੇ ਵਿੱਚ, ਜੋ ਫੀਮੇਲ ਹੈ ਇਹ ਦੋਨੋਂ ਹੈਮੀਸਫੇਅਰ ਨੂੰ ਇੱਕੋ ਵਾਰ ਵਿੱਚ ਇਸਤੇਮਾਲ ਕਰ ਸਕਦੀ ਹੈ। ਯਾਨੀ ਕਿ ਅਗਰ ਆਪਾਂ ਮੇਲ ਦੀ ਗੱਲ ਕਰਦੇ ਹਾਂ, ਜਾਂ ਤਾਂ ਇੱਕ ਟਾਈਮ ਦੇ ਵਿੱਚ ਉਹ ਲੈਫਟ ਹੈਮੀਸਫੇਅਰ ਨੂੰ ਯੂਜ਼ ਕਰ ਪਾਏਗਾ ਜਾਂ ਫਿਰ ਰਾਈਟ ਹੈਮੀਸਫੇਅਰ ਨੂੰ, ਬਟ ਜੋ ਫੀਮੇਲ ਹੁੰਦੀਆਂ ਹਨ ਉਹ ਦੋਨੋਂ ਹੈਮੀਸਫੇਅਰ ਨੂੰ ਇੱਕੋ ਵਾਰ ਇਸਤੇਮਾਲ ਕਰ ਸਕਦੀਆਂ ਹਨ। ਆਈ ਹੋਪ ਇਹ ਚੀਜ਼ਾਂ ਤੁਹਾਨੂੰ ਕਲੀਅਰ ਹੋ ਰਹੀਆਂ ਹਨ। ਹੁਣ ਆਪਾਂ ਪ੍ਰੀਵੀਅਸ ਈਅਰ ਦੇ ਕੁਝ ਕੁਐਸਚਨ ਕਵਰ ਅਪ ਕਰ ਲੈਂਦੇ ਹਾਂ। ਹਾਂਜੀ, ਕੁਐਸਚਨ ਹੈ ਜੀ ਦ ਮੇਨ ਥਿੰਕਿੰਗ ਪਾਰਟ ਆਫ ਦ ਬ੍ਰੇਨ ਇਜ਼, ਤਾਂ ਆਪਣਾ ਰਾਈਟ ਆਂਸਰ ਹੋਏਗਾ ਫੋਰ ਬ੍ਰੇਨ। ਹਾਂਜੀ, ਦੇਖੋ ਸਟੂਡੈਂਟ, ਕੁਐਸਚਨ ਕੀ ਹੈ, ਜੋ ਆਪਣਾ ਬ੍ਰੇਨ ਹੁੰਦਾ ਹੈ ਉਸ ਦਾ ਥਿੰਕਿੰਗ ਪਾਰਟ ਜੋ ਹੁੰਦਾ ਹੈ, ਜੋ ਸੋਚਣ ਦੀ ਸਮਰੱਥਾ ਹੁੰਦੀ ਹੈ, ਸੋਚਣ ਦੀ ਜੋ ਪਾਵਰ ਹੁੰਦੀ ਹੈ, ਕਪੈਸਿਟੀ ਹੁੰਦੀ ਹੈ, ਹਾਂਜੀ, ਤਾਂ ਉਹ ਕਿੱਥੇ ਹੁੰਦੀ ਹੈ, ਤਾਂ ਆਪਣੇ ਫੋਰ ਬ੍ਰੇਨ ਦੇ ਵਿੱਚ। ਫੋਰ ਬ੍ਰੇਨ ਦੇ ਵਿੱਚ ਵੀ ਕਿੱਥੇ, ਆਪਣੇ ਸੈਰੀਬ੍ਰਮ ਦੇ ਵਿੱਚ। ਸੈਕਿੰਡ ਕੁਐਸਚਨ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਮੈਨ ਇਜ਼ ਡਿਸਟਿੰਗੁਇਸ਼ ਫਰੋਮ ਅਦਰ ਔਰਗੈਨਿਜ਼ਮ ਬਿਕੋਜ਼। ਹਾਂਜੀ, ਜੋ ਦੇਖੋ ਜੋ ਇਨਸਾਨ ਹੁੰਦੇ ਹਨ ਉਹ ਬਾਕੀ ਜਾਨਵਰਾਂ ਤੋਂ ਜਾਂ ਜੋ ਬਾਕੀ ਔਰਗੈਨਿਜ਼ਮ ਹੁੰਦੇ ਹਨ ਉਹਨਾਂ ਤੋਂ ਅਲੱਗ ਹੁੰਦੇ ਹਨ। ਕਿਉਂ? ਉਹਨਾਂ ਤੋਂ ਜ਼ਿਆਦਾ ਦਿਮਾਗ ਹੁੰਦਾ ਹੈ ਇਹਨਾਂ ਦੇ ਵਿੱਚ। ਰੀਜ਼ਨ ਕੀ ਹੈ ਜੀ, ਹਿਜ਼ ਸੇਰੀਬ੍ਰਮ ਇਜ਼ ਮੋਰ ਡਿਵੈਲਪਡ, ਯਾਨੀ ਕਿ ਜੋ ਸੇਰੀਬ੍ਰਮ ਹੈ ਉਹ ਬਾਕੀ ਔਰਗੈਨਿਜ਼ਮ ਦੇ ਨਾਲੋਂ ਜ਼ਿਆਦਾ ਡਿਵੈਲਪ ਹੋਇਆ ਹੈ। ਕਿਸ ਦੇ ਵਿੱਚ? ਮੈਨ ਦੇ ਵਿੱਚ। ਇਸ ਲਈ ਐਨੀਮਲ ਔਰ ਮੈਨ ਦੇ ਵਿੱਚ ਸਿਰਫ ਇਹੀ ਫਰਕ ਹੈ। ਥਰਡ ਕੁਐਸਚਨ ਤੁਹਾਡੇ ਸਾਹਮਣੇ ਹੈ ਜੀ, ਲਾਰਜੈਸਟ ਪੋਰਸ਼ਨ ਆਫ ਬ੍ਰੇਨ ਇਜ਼। ਚਾਰ ਆਪਸ਼ਨ ਹਨ ਤੁਹਾਡੇ ਸਾਹਮਣੇ। ਆਪਸ਼ਨ ਏ ਹਾਈਪੋਥੈਲਮਸ, ਆਪਸ਼ਨ ਬੀ ਸੈਰੀਬੇਲਮ, ਆਪਸ਼ਨ ਸੀ ਥੈਲਮਸ ਔਰ ਆਪਸ਼ਨ ਡੀ ਹੈ ਸੈਰੀਬ੍ਰਮ। ਤਾਂ ਇਸ ਦਾ ਜੋ ਰਾਈਟ ਆਂਸਰ ਹੋਏਗਾ ਆਪਸ਼ਨ ਨੰਬਰ ਡੀ ਸੈਰੀਬ੍ਰਮ। ਆਪਾਂ ਪਿੱਛੇ ਕਰ ਚੁੱਕੇ ਹਾਂ। ਇਹ ਅਪਰੋਕਸੀਮੇਟਲੀ 2/3 ਪਾਰਟ ਹੁੰਦਾ ਹੈ ਆਪਣੇ ਬ੍ਰੇਨ ਦਾ। ਨੈਕਸਟ ਆਪਣਾ ਜੋ ਫੋਰ ਬ੍ਰੇਨ ਹੈ ਉਹ ਕਵਰ ਅਪ ਹੋ ਚੁੱਕਿਆ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਫੋਰ ਬ੍ਰੇਨ। ਹੁਣ ਆਪਾਂ ਗੱਲ ਕਰਦੇ ਹਾਂ ਜੋ ਆਪਣਾ ਸੈਕਿੰਡ ਪਾਰਟ ਹੈ ਬ੍ਰੇਨ ਦਾ, ਆਪਣੇ ਇੱਕ ਈਅਰ ਤੋਂ ਲੈ ਕੇ ਦੂਸਰੇ ਈਅਰ ਤੱਕ ਜੋ ਪੋਰਸ਼ਨ ਹੁੰਦਾ ਹੈ ਇਹ ਹੁੰਦਾ ਹੈ ਜੀ ਮਿਡ ਬ੍ਰੇਨ। ਇਸ ਦੇ ਵਿੱਚ ਸਿਰਫ ਇੱਕ ਹੀ ਪੁਆਇੰਟ ਤੁਸੀਂ ਯਾਦ ਰੱਖਣਾ ਹੈ, ਕੋਰਪੋਰਾ ਕੁਆਡ੍ਰਿਜੇਮਿਨਾ ਮਿਡ ਬ੍ਰੇਨ ਦਾ ਇੱਕ ਹਿੱਸਾ ਹੁੰਦਾ ਹੈ ਔਰ ਇਸ ਦਾ ਕੰਮ ਹੁੰਦਾ ਹੈ ਸੁਣਨ ਅਤੇ ਦੇਖਣ ਦੇ ਲਈ ਉੱਤਰਦਾਈ ਹੋਣਾ। ਯਾਨੀ ਕਿ ਜੋ ਆਪਣੀ ਹੀਅਰਿੰਗ ਐਂਡ ਸੀਇੰਗ ਕਪੈਸਿਟੀ ਹੈ ਉਸ ਦੇ ਲਈ ਰਿਸਪੌਂਸੀਬਲ ਹੁੰਦਾ ਹੈ ਮਿਡ ਬ੍ਰੇਨ। ਥਰਡ ਅਗਰ ਆਪਾਂ ਪਾਰਟ ਦੀ ਗੱਲ ਕਰਦੇ ਹਾਂ, ਜੋ ਆਪਣੇ ਬ੍ਰੇਨ ਦਾ ਪਿੱਛੇ ਵਾਲਾ ਪੋਰਸ਼ਨ ਹੁੰਦਾ ਹੈ ਹਿੰਡ ਬ੍ਰੇਨ ਦੀ। ਹਿੰਡ ਬ੍ਰੇਨ ਦੋ ਪਾਰਟ ਦੇ ਵਿੱਚ ਡਿਵਾਈਡ ਹੁੰਦਾ ਹੈ। ਉਹ ਪਾਰਟ ਕਿਹੜੇ-ਕਿਹੜੇ ਹਨ ਆਪਾਂ ਦੇਖ ਲੈਂਦੇ ਹਾਂ। ਵੀਡੀਓ ਪਸੰਦ ਆ ਰਹੀ ਹੈ ਤਾਂ ਇਸ ਨੂੰ ਲਾਈਕ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਆਪਣੇ WhatsApp ਅਕਾਊਂਟ, ਫੇਸਬੁੱਕ ਅਕਾਊਂਟ, ਇੰਸਟਾਗ੍ਰਾਮ ਦੇ ਉੱਪਰ ਸਟੇਟਸ ਵੀ ਤੁਸੀਂ ਲਗਾਉਣੇ ਹਨ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ। ਹਿੰਡ ਬ੍ਰੇਨ ਦੀ ਅਗਰ ਆਪਾਂ ਗੱਲ ਕਰਦੇ ਹਾਂ, ਇਹ ਦੋ ਪਾਰਟ ਦੇ ਵਿੱਚ ਡਿਵਾਈਡ ਹੁੰਦਾ ਹੈ, ਸੈਰੀਬ੍ਰਮ ਔਰ ਮੈਡੂਲਾ ਓਬਲੰਗਾਟਾ। ਸੈਰੀਬ੍ਰਮ ਦੀ ਅਗਰ ਆਪਾਂ ਸੈਰੀਬੇਲਮ, ਦੇਖੋ ਸਟੂਡੈਂਟ ਕਨਫਿਊਜ਼ ਨਹੀਂ ਹੋਣਾ ਹੈ, ਇੱਕ ਹੈ ਸੈਰੀਬ੍ਰਮ ਜੋ ਫੋਰ ਬ੍ਰੇਨ ਦਾ ਪਾਰਟ ਹੈ, ਇੱਕ ਹੈ ਸੈਰੀਬੇਲਮ ਜੋ ਹਿੰਡ ਬ੍ਰੇਨ ਦਾ ਪਾਰਟ ਹੈ। ਸੈਰੀਬ੍ਰਮ ਦੀ ਗੱਲ ਕਰਦੇ ਹਾਂ, ਇਹ ਸਾਡੇ ਸਰੀਰ ਦਾ ਸੰਤੁਲਨ ਬਣਾਉਂਦਾ ਹੈ। ਯਾਨੀ ਕਿ ਸਾਡੀ ਜੋ ਬੋਡੀ ਹੁੰਦੀ ਹੈ ਉਸ ਦਾ ਜੋ ਬੈਲੈਂਸ ਹੈ, ਬੈਲੈਂਸ ਬਣਾਉਣ ਦੇ ਵਿੱਚ ਕੌਣ ਹੈਲਪ ਕਰਦਾ ਹੈ? ਸੈਰੀਬੇਲਮ ਕਰਦਾ ਹੈ। ਚੱਲਣਾ ਫਿਰਨਾ, ਉੱਠਣਾ ਬੈਠਣਾ ਇਸ ਦੀਆਂ ਐਗਜ਼ਾਮਪਲਾਂ ਹਨ। ਮੈਡੂਲਾ ਓਬਲੰਗਾਟਾ ਦੈਟ ਇਜ਼ ਵੈਰੀ ਇੰਪੋਰਟੈਂਟ, ਇਹ ਸਾਡੇ ਰੈਸਪਾਇਰੇਟਰੀ ਸਿਸਟਮ ਹੁੰਦਾ ਹੈ, ਪਲਸ ਰੇਟ ਜੋ ਹੁੰਦੀ ਹੈ, ਹਾਰਟ ਬੀਟ, ਬਲੱਡ ਪ੍ਰੈਸ਼ਰ, ਇਹਨਾਂ ਚੀਜ਼ਾਂ ਨੂੰ ਰੈਗੂਲੇਟ ਕਰਦਾ ਹੈ। ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ ਸਾਡੀ ਜੋ ਹਾਰਟ ਬੀਟ ਹੁੰਦੀ ਹੈ, ਬਲੱਡ ਪ੍ਰੈਸ਼ਰ ਹੁੰਦਾ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਬ੍ਰੇਨ ਦਾ ਕਿਹੜਾ ਪਾਰਟ ਕੰਟਰੋਲ ਕਰਦਾ ਹੈ? ਤਾਂ ਆਪਣਾ ਆਨਸਰ ਹੋਏਗਾ ਮੈਡੂਲਾ ਓਬਲੰਗਾਟਾ। ਹਾਂਜੀ, ਹੁਣ ਇੱਕ ਚੀਜ਼ ਇੱਥੇ ਮੈਂ ਨੋਟ ਕਰਕੇ ਲਿਖੀ ਹੈ, ਜਦੋਂ ਵੀ ਕੋਈ ਵਿਅਕਤੀ ਸ਼ਰਾਬ ਜਾਂ ਫਿਰ ਅਲਕੋਹਲ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਦਾ ਸੈਰੀਬੇਲਮ ਕੁਝ ਸਮੇਂ ਲਈ ਕੰਮ ਕਰਨਾ ਬੰਦ ਕਰ ਦਿੰਦਾ ਹੈ। ਹੁਣ ਦੇਖੋ ਸਟੂਡੈਂਟ, ਕੋਈ ਵੀ ਪਰਸਨ ਜਦੋਂ ਅਲਕੋਹਲ ਦਾ ਇਸਤੇਮਾਲ ਕਰਦਾ ਹੈ, ਯੂਜ਼ ਆਫ ਅਲਕੋਹਲ,
ਤਾਂ ਉਸਦਾ ਜੋ ਸੈਰੀਬੇਲਮ ਹੁੰਦਾ ਹੈ ਇਹ ਕੁਝ ਸਮੇਂ ਲਈ ਕੰਮ ਕਰਨਾ ਬੰਦ ਕਰ ਦਿੰਦਾ ਹੈ ਔਰ ਸੈਰੀਬੇਲਮ ਹੈਲਪ ਕਰਦਾ ਹੈ ਚੱਲਣ ਫਿਰਨ ਦੇ ਵਿੱਚ, ਉੱਠਣ ਬੈਠਣ ਦੇ ਵਿੱਚ। ਤਾਂ ਤੁਸੀਂ ਦੇਖਿਆ ਹੋਵੇਗਾ ਅਕਸਰ ਜੋ ਵੀ ਪਰਸਨ ਅਲਕੋਹਲ ਦਾ ਯੂਜ਼ ਕਰਦਾ ਹੈ ਉਸ ਨੂੰ ਚੱਲਣ ਫਿਰਨ ਦੇ ਵਿੱਚ, ਉੱਠਣ ਬੈਠਣ ਦੇ ਵਿੱਚ ਕੀ ਹੈ, ਪ੍ਰੋਬਲਮ ਆਉਂਦੀ ਹੈ। ਰੀਜ਼ਨ, ਅਲਕੋਹਲ ਦੇ ਨਾਲ ਉਸਦਾ ਸੈਰੀਬੇਲਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਉਹ ਪਰਸਨ ਚੱਲਣ ਫਿਰਨ, ਉੱਠਣ ਬੈਠਣ ਦੇ ਕਾਬਿਲ ਨਹੀਂ ਹੁੰਦਾ। ਹਾਂਜੀ, ਹੁਣ ਆਪਾਂ ਇੱਕ ਕੁਐਸਚਨ ਦੇਖਦੇ ਹਾਂ ਜੋ ਪ੍ਰੀਵੀਅਸ ਈਅਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ। ਦ ਪਾਰਟ ਆਫ ਦ ਬ੍ਰੇਨ ਰਿਸਪੋਂਸੀਬਲ ਫॉर ਮੇਨਟੇਨ ਬੈਲੈਂਸ ਲਾਈਕ ਵਾਕਿੰਗ ਇਨ ਏ ਸਟ੍ਰੇਟ ਲਾਈਨ ਔਰ ਰਾਈਡਿੰਗ ਏ ਬਾਈਸਾਈਕਲ ਇਜ਼ ਕੋਲਡ। ਕੁਐਸਚਨ ਹੈ ਉਹ ਕਿਹੜਾ ਬ੍ਰੇਨ ਦਾ ਪਾਰਟ ਹੈ ਜੋ ਰਿਸਪੋਂਸੀਬਲ ਹੁੰਦਾ ਹੈ ਸਾਡੇ ਇੱਕ ਸਿੱਧੀ ਲਾਈਨ ਵਿੱਚ ਚੱਲਣ ਦੇ ਲਈ ਅਤੇ ਜੋ ਸਾਈਕਲ ਹੈ ਉਸ ਨੂੰ ਚਲਾਉਣ ਦੇ ਲਈ। ਤਾਂ ਆਪਣਾ ਆਨਸਰ ਕੀ ਹੋਏਗਾ, ਸੈਰੀਬੇਲਮ। ਆਈ ਹੋਪ ਇਹ ਚੀਜ਼ਾਂ ਤੁਹਾਨੂੰ ਕਵਰ ਅਪ ਹੋ ਰਹੀਆਂ ਹਨ। ਦੇਖੋ ਸਟੂਡੈਂਟ, ਮੈਂ ਇਹ MCQ ਕੁਐਸਚਨ ਇਸ ਲਈ ਕਰਵਾ ਰਿਹਾ ਹਾਂ ਤਾਂ ਕਿ ਤੁਹਾਡਾ ਜੋ ਵੀ ਕਨਸੈਪਟ ਕਵਰ ਅਪ ਹੋ ਰਹੇ ਹਨ, ਹਾਂਜੀ, ਤਾਂ ਤੁਹਾਨੂੰ ਉਸ ਚੀਜ਼ ਨੂੰ ਇੰਪਲੀਮੈਂਟ ਕਰਨਾ ਵੀ ਆ ਜਾਏ ਕਿ ਕਿਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹਨ। ਮੈਂ ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਦੇਖੇ ਹਨ ਜਿਨ੍ਹਾਂ ਦੇ ਕਨਸੈਪਟ ਕਲੀਅਰ ਹਨ ਬਟ ਜਦੋਂ ਕੁਐਸਚਨ ਐਗਜ਼ਾਮ ਦੇ ਵਿੱਚ ਦੇਖਦੇ ਹਨ ਤਾਂ ਕਨਫਿਊਜ਼ ਹੋ ਜਾਂਦੇ ਹਨ। ਇਸ ਲਈ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਤੁਹਾਨੂੰ ਕਨਸੈਪਟ ਦੇ ਨਾਲ ਨਾਲ ਕੁਐਸਚਨ ਵੀ ਕਵਰ ਅਪ ਕਰਵਾਏ ਜਾਣ ਤਾਂ ਕਿ ਤੁਹਾਡਾ ਇੰਟਰਸਟ ਵੀ ਬਣਿਆ ਰਹੇ ਔਰ ਤੁਹਾਨੂੰ ਪਤਾ ਚੱਲ ਜਾਏ ਕਿ ਕਿਸ ਤਰ੍ਹਾਂ ਦੇ ਕਿਸ ਪੁਆਇੰਟ ਤੋਂ ਕੁਐਸਚਨ ਬਣ ਸਕਦਾ ਹੈ। ਵੈਸੇ ਤਾਂ ਇੱਕ ਪੁਆਇੰਟ ਤੋਂ ਇੱਕ ਕੁਐਸਚਨ ਬਣ ਸਕਦਾ ਹੈ ਬਟ ਆਪਾਂ ਇੰਪੋਰਟੈਂਟ ਕੁਐਸਚਨ ਹੀ ਕਵਰ ਅਪ ਕਰਾਂਗੇ। ਹਾਂਜੀ, ਹੁਣ ਆਪਾਂ ਇੱਕ ਹੋਰ ਕੁਐਸਚਨ ਦੇਖ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਆਪਣਾ ਲਾਸਟ ਪੁਆਇੰਟ ਦੇਖਾਂਗੇ। ਹਾਂਜੀ, ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਇਜ਼ ਆਰ ਪਾਰਟ ਆਫ ਦ ਹਿਊਮਨ ਬ੍ਰੇਨ। ਜੋ ਹਿਊਮਨ ਬ੍ਰੇਨ ਹੈ ਉਸ ਦਾ ਪਾਰਟ, ਤਾਂ ਆਪਸ਼ਨ ਏ ਹੈ ਸੈਰੀਬਰਮ, ਆਪਸ਼ਨ ਬੀ ਕ੍ਰੈਨੀਅਮ, ਆਪਸ਼ਨ ਸੀ ਹਾਈਪੋਥੈਲਮਸ ਔਰ ਆਪਸ਼ਨ ਡੀ ਹੈ ਆਲ ਆਫ ਦ ਅਬਵ। ਤਾਂ ਆਪਣਾ ਜੋ ਰਾਈਟ ਆਂਸਰ ਹੋਏਗਾ ਉਹ ਹੋਏਗਾ ਆਲ ਆਫ ਦ ਅਬਵ। ਤਾਂ ਹਿਊਮਨ ਬ੍ਰੇਨ ਜੋ ਹੈ ਉਸ ਦਾ ਪਾਰਟ ਕੀ ਹੁੰਦਾ ਹੈ, ਦੇਖੋ ਸਾਰੇ ਹੀ ਪਾਰਟ ਹਨ। ਕ੍ਰੈਨੀਅਮ ਕੀ ਹੈ, ਆਪਣੇ ਬ੍ਰੇਨ ਨੂੰ ਕਵਰ ਕਰਕੇ ਰੱਖਣ ਦਾ ਕੰਮ ਕਰਦਾ ਹੈ। ਸੈਰੀਬਰਮ ਔਰ ਹਾਈਪੋਥੈਲਮਸ ਇਹ ਆਪਣੇ 4 ਬ੍ਰੇਨ ਦੇ ਪਾਰਟ ਹਨ। ਆਪਾਂ ਬਹੁਤ ਅੱਛੀ ਤਰ੍ਹਾਂ ਇਹਨਾਂ ਨੂੰ ਦੇਖ ਚੁੱਕੇ ਹਾਂ। ਹੁਣ ਆਪਾਂ ਆਪਣਾ ਲਾਸਟ ਪੁਆਇੰਟ ਕਵਰ ਅਪ ਕਰਨ ਜਾ ਰਹੇ ਹਾਂ, ਸਪਾਈਨਲ ਕੋਡ ਦੈਟ ਇਜ਼ ਵੈਰੀ ਇੰਪੋਰਟੈਂਟ। ਪਹਿਲੇ ਆਪਾਂ ਦੇਖ ਚੁੱਕੇ ਹਾਂ ਆਪਣਾ ਜੋ ਸੈਂਟਰਲ ਨਰਵਸ ਸਿਸਟਮ ਹੁੰਦਾ ਹੈ ਉਸ ਦਾ ਪਾਰਟ ਹੁੰਦਾ ਹੈ ਆਪਣਾ ਬ੍ਰੇਨ ਔਰ ਸਪਾਈਨਲ ਕੋਡ। ਤਾਂ ਸਪਾਈਨਲ ਕੋਡ ਕੀ ਹੁੰਦੀ ਹੈ, ਤਾਂ ਦੇਖੋ ਸਟੂਡੈਂਟ, ਇਹ ਪ੍ਰਤੀਵਰਤੀ ਕਿਰਿਆਵਾਂ ਜਿਸ ਨੂੰ ਆਪਾਂ ਰਿਫਲੈਕਸ ਐਕਸ਼ਨ ਬੋਲਦੇ ਹਾਂ, ਇਹਨਾਂ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ। ਔਰ ਸਪਾਈਨਲ ਕੋਡ ਦੀ ਜੋ ਖੋਜ ਹੈ ਇਹ ਕਰੀ ਸੀ ਮਾਰਸ਼ਲ ਹਾਲ ਨੇ। ਕਿਸ ਨੇ ਕਰੀ, ਮਾਰਸ਼ਲ ਹਾਲ। ਪ੍ਰੀਵੀਅਸ ਈਅਰ ਕੁਐਸਚਨਾਂ ਦੇ ਵਿੱਚ ਪੁੱਛਿਆ ਗਿਆ ਹੈ, ਤੁਸੀਂ ਇਹ ਨਾਮ ਵੀ ਯਾਦ ਰੱਖਣਾ ਹੈ। ਹੁਣ ਆਪਾਂ ਸਪਾਈਨਲ ਕੋਡ ਨੂੰ ਦੇਖ ਲੈਂਦੇ ਹਾਂ ਕਿ ਇਹ ਕਿਸ ਤਰ੍ਹਾਂ ਵਰਕ ਕਰਦੀ ਹੈ। ਫੋਰ ਐਗਜ਼ਾਮਪਲ, ਨੱਕ ਦੇ ਵਿੱਚ ਮੱਖੀ ਜਾਣ 'ਤੇ ਛਿੱਕ ਆਉਣਾ, ਕਿਸੇ ਗਰਮ ਚੀਜ਼ ਨੂੰ ਟੱਚ ਕਰਦੇ ਹੀ ਹੱਥ ਨੂੰ ਅਚਾਨਕ ਪਿੱਛੇ ਕਰ ਲੈਣਾ, ਇਹ ਸਾਰੇ ਵਰਕ ਕਿਸ ਦੇ ਹਨ, ਸਪਾਈਨਲ ਕੋਡ ਦੇ। ਹੁਣ ਆਪਾਂ ਇੱਕ ਪ੍ਰੀਵੀਅਸ ਈਅਰ ਕੁਐਸਚਨ ਨੂੰ ਡਿਸਕਸ ਕਰ ਲੈਂਦੇ ਹਾਂ। ਵਿਚ ਆਫ ਦ ਫੋਲੋਇੰਗ ਇਜ਼ ਰਿਫਲੈਕਸ ਐਕਸ਼ਨ। ਇਹਨਾਂ ਦੇ ਵਿੱਚੋਂ ਕਿਹੜਾ ਰਿਫਲੈਕਸ ਐਕਸ਼ਨ ਹੈ? ਹਾਂਜੀ, ਆਪਸ਼ਨ ਨੰਬਰ ਏ ਬਲਿੰਕਿੰਗ, ਅੱਖਾਂ ਨੂੰ ਝਮਕਾਉਣਾ, ਆਪਸ਼ਨ ਨੰਬਰ ਬੀ ਬਰੀਥਿੰਗ ਯਾਨੀ ਕਿ ਸਾਹ ਲੈਣਾ ਔਰ ਆਪਸ਼ਨ ਨੰਬਰ ਸੀ ਹੈ ਰਨਿੰਗ ਯਾਨੀ ਕਿ ਦੌੜਨਾ। ਤਾਂ ਆਪਣਾ ਜੋ ਰਾਈਟ ਆਂਸਰ ਹੋਏਗਾ ਆਪਸ਼ਨ ਨੰਬਰ ਡੀ ਬੋਥ ਏ ਐਂਡ ਬੀ, ਯਾਨੀ ਕਿ ਜੋ ਬਲਿੰਕਿੰਗ ਐਂਡ ਜੋ ਬ੍ਰੈਥਿੰਗ ਹੁੰਦਾ ਹੈ, ਹਾਂਜੀ, ਅੱਖ ਦਾ ਝਮਕਣਾ ਔਰ ਜੋ ਬ੍ਰੈਥਿੰਗ ਹੁੰਦਾ ਹੈ, ਯਾਨੀ ਕਿ ਆਪਾਂ 1 ਮਿੰਟ ਦੇ ਵਿੱਚ 15 ਤੋਂ 16 ਵਾਰ ਬ੍ਰੈਥਿੰਗ ਕਰਦੇ ਹਾਂ, ਸਾਹ ਲੈਂਦੇ ਹਾਂ। ਹਾਂਜੀ, ਤਾਂ ਇਹ ਆਪਣਾ ਰਾਈਟ ਆਂਸਰ ਹੋਏਗਾ ਆਪਸ਼ਨ ਨੰਬਰ ਡੀ। ਹਾਂਜੀ ਸਟੂਡੈਂਟ, ਤਾਂ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਹੈ। ਅਗਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਦੁਬਾਰਾ ਦੇਖ ਲੈਣਾ ਹੈ ਜਾਂ ਫਿਰ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਡਾਊਟ ਪੁੱਛਣਾ ਹੈ। ਮੈਂ ਤੁਹਾਡੀ ਪੂਰੀ ਹੈਲਪ ਕਰਾਂਗਾ ਉਸ ਡਾਊਟ ਨੂੰ ਕਵਰ ਅਪ ਕਰਨ ਦੀ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਕਰੋ, ਜ਼ਿਆਦਾ ਤੋਂ ਜ਼ਿਆਦਾ ਇਸ ਨੂੰ ਸ਼ੇਅਰ ਕਰੋ। PDF ਨੂੰ ਡਾਊਨਲੋਡ ਕਰਨ ਦੇ ਲਈ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ 24/7 ਐਜੂਕੇਸ਼ਨ ਹੱਬ ਦੇ ਨਾਲ ਜੁੜ ਸਕਦੇ ਹੋ।